ਇਹ ਭਗਵੰਤ ਮਾਨ ਤੋਂ ਵੀ ਮੈਂ ਪੁੱਛਣਾ ਚਾਹਾਂਗੀ ਕਿ ਅਸੀਂ ਆਪਣੀ ਮੰਗਾਂ ਐਜ਼ ਅ ਸਿਟੀਜ਼ਨ ਹੋਣ ਦੇ ਨਾਤੇ ਇਸ ਕੰਟਰੀ ਦੇ ਡੈਮੋਕ੍ਰੇਸੀ ਹੈ, ਲਾਰਜੈਸਟ ਡੈਮੋਕ੍ਰੇਸੀ ਹੈ ਇੰਡੀਆ, ਕਿਤੋਂ ਮੰਗੀਏ? ਅਸੀਂ ਤੇਰੇ ਤੋਂ ਹੀ ਮੰਗਾਂਗੇ ਨਾ। ਜੇ ਧੱਕਾ ਤੁਸੀਂ ਕਰ ਰਹੇ ਹੋ ਤੇ ਅਸੀਂ ਤੁਹਾਡੇ ਤੋਂ ਹੀ ਮੰਗਾਂਗੇ ਨਾ। 26 ਤਰੀਕ ਦੀ ਜਿਹੜੀ ਮਾਰਚ ਹੋਈ ਸੀਗੀ, ਘੱਟ ਤੋਂ ਘੱਟ 1.5 ਲੱਖ ਲੋਕ ਸੜਕਾਂ ਤੇ ਸੀਗੇ। ਇਹ ਰਿਮਾਈਂਡਰ ਸੀਗਾ 26 ਤਰੀਕ ਦੀ ਮਾਰਚ ਵੀ ਕਿ ਦੇਖੋ ਕਿੰਨਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਹੋ ਰਿਹਾ ਹੈ। ਸਰਕਾਰ ਨੂੰ ਅਸੀਂ ਰਿਮਾਈਂਡਰ ਦੇ ਰਹੇ ਸੀਗੇ ਕਿ ਗਲਤ ਅਸੀਂ ਨਹੀਂ ਚੱਲ ਰਹੇ, ਕਾਨੂੰਨ ਦੇ ਰਾਹੀਂ ਅਸੀਂ ਚੱਲ ਰਹੇ ਹਾਂ, ਕਾਨੂੰਨ ਦੀ ਉਲੰਘਣਾ ਤੁਸੀਂ ਕਰ ਰਹੇ ਹੋ, असंवैधानिक काम तुसी कर रहे हो, असी नहीं कर रहे। ते असी उस दिन मार्च करके इन्होंने ये दस्या कि जे बंदी सिंह रिहा हो जाणगे किसी नूं नहीं खतरा। वो 1.5 लाख लोग जिहड़े बाहर आए सीगे उन्होंने अपनी हाजिरी भर के कहा कि तुसीं साडे सिंघां नूं जिन्हां नूं बंदी कीता छड्डो, सानूं कोई दिक्कत नहीं। फिर डरदा कौन आ? अब मीडिया सवाल क्यों नहीं पुछदी जाके? इहो जे ਜਿਹੜੇ ਅੰਦਰ ਬੈਠੇ ਨੇ ਚੋਰ, ਜਿਹੜੇ ਸਰਕਾਰ 'ਚ ਬੈਠੇ ਨੇ, ਉਹਨਾਂ ਨੂੰ ਸਵਾਲ ਪੁੱਛੋ ਨਾ ਕਿ 1.5 ਲੱਖ ਲੋਕਾਂ ਨੇ ਤੇ 26 ਤਰੀਕ ਨੂੰ ਸਾਨੂੰ ਅੰਦੋਲਨ ਦਿੱਤਾ। ਮੈਨੂੰ ਸਿੱਧੀ ਜਿਹੀ ਗੱਲ ਲੱਗਦੀ ਆ ਕਿ ਜੋ ਡਰਦਾ ਨਾ ਇਸ ਚੀਜ਼ ਤੋਂ ਕਿ ਜੇ ਬੰਦੀ ਸਿੰਘ ਰਿਹਾ ਹੋ ਕੇ ਆਗੇ ਕੁਰਸੀਆਂ ਸਾਡੇ ਥੱਲੇ ਨਹੀਂ ਰਹਿਣੀਆਂ, ਇਹ ਕੁਰਸੀਆਂ ਸਾਡੇ ਤੋਂ ਖੋਈਆਂ ਜਾਣੀਆਂ, ਕਿਉਂਕਿ ਅਸੀਂ ਆ ਬੇਈਮਾਨ, ਅਸੀਂ ਕੀਤੀ ਪੰਜਾਬ ਨਾਲ ਧੱਕਾ ਤੇ ਠੱਗੀ। ਤੇ ਉਹਨਾਂ ਨੂੰ ਡਰ ਲੱਗਦਾ ਬੰਦੀ ਸਿੰਘ ਦੀ ਰਿਹਾਈ ਦਾ, ਵਰਨਾ ਕਿਸੇ ਨੂੰ ਵੀ ਡਰ ਨਹੀਂ ਹੈਗਾ ਬੰਦੀ ਸਿੰਘਾਂ ਦੇ ਬਾਹਰ ਆਉਣ ਦਾ। ਦੇਖੋ ਅਰੈਸਟ ਕਰਨਗੇ, ਉਸ ਤੋਂ ਬਾਅਦ ਦੇਖਦੇ ਆ। ਅਰੈਸਟ ਹੁਣ ਉਹਨਾਂ ਨੇ ਪਰਚੇ ਦਰਜ ਕਰ ਲਏ, ਅਰੈਸਟ ਕਰ ਸਕਦੇ ਆ, ਪਰ ਸਰਕਾਰਾਂ ਨੂੰ ਸਾਡਾ ਸਬਰ ਹੈ ਜੋ ਪਰਖਣਾ ਨਹੀਂ ਚਾਹੀਦਾ, ਕਿਉਂਕਿ ਫਿਰ ਮਜਬੂਰ ਹੋ ਕੇ ਹੀ ਉਹਦਾ ਕੋਈ ਮੁਕਾਬਲਾ ਜਿਹੜਾ ਖਾਲਸੇ ਦਾ, ਉਸ ਦਿਨ ਵੀ ਤੁਸੀਂ ਦੇਖਿਆ ਜੋ ਗੁਰੂ ਸਾਹਿਬ ਦਾ ਹੁਕਮ ਹੈ, ਜਬੇ ਬਾਣ ਲੱਗ ਤਵੇ ਰੋਕ ਜਾਏ। ਦੇਖੋ ਗੁਰੂ ਸਾਹਿਬ ਦਾ ਹੁਕਮ ਹੈ, ਸਾਨੂੰ ਉਸ ਹੁਕਮ ਤੇ ਚੱਲਣ ਵਾਸਤੇ ਮਜਬੂਰ ਨਾ ਕਰੋ। ਹੁਣ ਅਸੀਂ ਬਾਰ-ਬਾਰ ਸ਼ਾਂਤੀ ਦੀ ਦੁਹਾਈ ਦੇਈ ਜਾ ਰਹੇ ਹਾਂ, ਸਰਕਾਰ ਸਾਨੂੰ ਡਰਾਉਣ ਦੀ ਗੱਲ ਕਰ ਰਹੀ ਹੈ। ਦੇਖੋ ਇਹੋ ਜਿਹਾ ਸਰਕਾਰਾਂ ਨੂੰ ਮਾਹੌਲ ਨਹੀਂ ਸਿਰਜਣਾ। ਇੱਥੇ ਨਿਤਨੇਮ ਹੁੰਦਾ, ਇੱਥੇ ਬਾਣੀ ਪੜ੍ਹੀ ਜਾਂਦੀ, ਇੱਥੇ ਵਿਚਾਰ ਜਿਹੜੇ ਬੁਲਾਰੇ ਨੇ ਉਹ ਆ ਕੇ ਆਪਦੇ ਵਿਚਾਰ ਦਿੰਦੇ ਨੇ, ਇੱਥੇ ਬੱਚੇ ਆਉਂਦੇ ਨੇ, ਇੱਥੇ ਬੀਬੀਆਂ ਆਉਂਦੀਆਂ ਨੇ, ਇੱਥੇ ਬਜ਼ੁਰਗ ਬੈਠੇ ਨੇ। ਮਤ ਸੋਚੇ ਦੇਖ ਲਾ। ਭਗਵੰਤ ਮਾਨ ਨੂੰ ਮੈਂ ਇੱਕ ਅਪੀਲ ਕਰਦਾ, ਭਗਵੰਤ ਮਾਨ ਸਰਕਾਰ ਨੂੰ, ਕਿ ਜਿਹੜੀ ਸੈਂਟਰ ਸਰਕਾਰ ਆ ਉਹ ਤੁਲੀ ਹੋਈ ਆ ਵੀ ਦੰਗਾ ਹੋਵੇ। ਜੇ ਕਿਤੇ ਇੱਥੇ ਕੋਈ ਗੱਲਬਾਤ ਹੋ ਗਈ, ਕਾਂਡ ਹੋ ਗਿਆ, ਭਗਵੰਤ ਮਾਨ ਸਾਹਿਬ ਮਰਿਆ ਹੋਇਆ ਸੱਪ ਆਪਦੇ ਗਲ ਨਾ ਪਵਾ ਲਿਓ। ਸੈਂਟਰ ਸਰਕਾਰ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਆ। ਮਤ ਤੁਸੀਂ ਸੋਚਿਓ ਕਿ ਇੱਥੇ ਅਟੈਕ ਕਰ ਦਿਆਂਗੇ। ਆ ਗੁਰੂ ਕਾ ਖਾਲਸਾ ਪੰਥ ਬੈਠਾ। ਅਸੀਂ ਬੇਨਤੀਆਂ ਕਰਦੇ ਹਾਂ ਸਾਰੇ ਨੌਜਵਾਨਾਂ ਨੂੰ, ਪੰਜਾਬ ਦਿਆਂ ਨੂੰ, ਹਰਿਆਣੇ ਦਿਆਂ ਨੂੰ, ਕਦੋਂ ਆਉਂਗੇ ਉੱਠ ਕੇ ਘਰਾਂ 'ਚੋਂ? ਅੱਜ ਤੁਹਾਡੀ ਮੋਰਚੇ ਦੇ ਵਿੱਚ ਲੋੜ ਆ। ਜਦੋਂ ਕੋਈ ਇੱਥੇ ਕਾਂਡ ਵਾਪਰ ਗਿਆ ਫਿਰ ਮੁੜ ਕੇ ਤੁਸੀਂ ਝੰਡੇ ਚੱਕੀ ਫਿਰਦੇ ਹੁੰਦੇ ਹੋ। ਸੰਵਿਧਾਨ ਇਹ ਕਹਿ ਰਿਹਾ ਕਿ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ, ਸੰਵਿਧਾਨ ਕਹਿ ਰਿਹਾ। ਪਰ ਸਰਕਾਰਾਂ ਉਸ ਸੰਵਿਧਾਨ ਦੀ ਸਰਕਾਰਾਂ ਨੇ, ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਧੱਜੀਆਂ ਉਡਾ ਰੱਖੀਆਂ ਨੇ। ਜੇ ਕਿਤੇ ਸਰਕਾਰ ਇਹ ਗਲਤੀ ਨਾ ਕਰ ਲਵੇ ਤੇ ਅਸੀਂ ਅਟੈਕ ਕਰ ਦਾਂਗੇ। ਅਟੈਕ ਕਰਨ ਤੋਂ ਪਹਿਲਾਂ ਸਰਕਾਰਾਂ ਸੋਚਣ, ਇੱਥੇ ਦਲ ਪੰਥ ਬੈਠਾ, ਤੁਸੀਂ ਸਰਕਾਰੀ ਫੌਜ ਹੋ, ਇਹ ਗੁਰੂ ਕੀ ਫੌਜ ਆ। ਜੇ ਕਿਤੇ ਕੋਈ ਸਾਡੇ ਬੰਦੇ ਦੀ ਆ ਕੇ ਕਿਸੇ ਨੇ ਪੱਗ ਲਾ ਸੀ ਜਾਂ ਕਿਸੇ ਡੰਡਾ ਮਾਰਦਾ ਜਾਂ ਕੋਈ ਹੋਰ, ਜਦੋਂ ਅਸੀਂ ਅਮਰ ਚੈਨ ਨਾਲ ਬੈਠੇ ਹਾਂ, ਜੇ ਸਾਨੂੰ ਸਤਾਇਆ, ਗੁਰੂ ਸਾਹਿਬ ਦੀ ਕੋਈ ਬੇਅਦਬੀ ਹੋ ਗਈ ਇੱਥੇ ਆ ਕੇ ਸਰਕਾਰਾਂ ਨੇ ਕੀਤੀ, ਤਾਂ ਫਿਰ ਆ ਨਿਹੰਗ ਸਿੰਘ ਸਾਨੂੰ ਲਾਜ ਆ ਜੇ ਅਸੀਂ ਮੈਦਾਨ 'ਚੋਂ ਭੱਜਦੇ ਹਾਂ। ਨਹੀਂ ਭੱਜ ਸਕਦੇ, ਅਸੀਂ ਲੜਾਂਗੇ, ਮਰਾਂਗੇ। ਸਮੁੱਚੀ ਕੌਮ ਨੂੰ, ਸਮੁੱਚੇ ਪੰਥ ਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਅੱਜ ਸਾਡਾ ਸੰਘਰਸ਼ ਚੱਲਦਾ ਆ ਰਿਹਾ ਹੈ, ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਦੇ ਵਿੱਚ, ਸਮੁੱਚੀ ਕੌਮ ਨੂੰ ਪਤਾ ਹੈ ਕਿ ਜੋ ਸਾਡਾ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਚੱਲਦਾ ਆ ਰਿਹਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ। ਇਸ ਕਰਕੇ ਅਸੀਂ ਸਾਰਾ ਖਾਲਸਾ ਪੰਥ, ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਬੈਠੀਆਂ ਹੈ, ਸਾਰੀਆਂ ਸੰਘਰਸ਼ ਦੇ ਨਾਲ ਮੋਰਚੇ ਦੀ ਅਗਵਾਈ ਕਰ ਰਹੀਆਂ, ਬੜੀਆਂ ਤਿਆਰ ਪਰ ਤਿਆਰ। ਅਸੀਂ ਸੰਗਤ ਨੂੰ, ਸਮਾਜ ਨੂੰ, ਪੂਰੇ ਦੇਸ਼ ਨੂੰ, ਇਹੀ ਦੇਸ਼ਾਂ ਵਿਦੇਸ਼ਾਂ 'ਚ ਵੀ ਅਪੀਲ ਕਰਦੇ ਹਾਂ ਵੀ ਇਸ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਇਕੱਠੇ ਹੋ ਕੇ ਵੱਧ ਤੋਂ ਵੱਧ ਸੰਯੋਗ ਕਰੀਏ, ਕਿਉਂਕਿ ਜੋ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਦੁੱਗਣੀਆਂ ਤਿਗਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਨਾ ਸਾਨੂੰ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਿਆ। ਕਿਉਂਕਿ ਜਿਹੜੇ ਸਾਡੇ ਮੁੱਦੇ ਆ, ਸੰਗਤ ਨੂੰ ਇਹੀ ਅਪੀਲ ਕਰਦੇ, ਜਿਹੜੇ ਸਾਡੇ ਮੇਨ ਮੁੱਦੇ ਇਹੀ ਬੰਦੀ ਸਿੰਘਾਂ ਦੀ ਰਿਹਾਈ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ। ਇਸ ਕਰਕੇ ਅਸੀਂ ਜਿੰਨੀਆਂ ਵੀ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ,
ਜਿੰਨੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਦਿੱਲੀ ਸੇ ਕਿਸਾਨੀ ਸੰਘਰਸ਼ ਵੀ ਲੜਿਆ ਹੈ, ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਉਹਨਾਂ ਦਾ ਬੜਾ ਵੱਧ ਚੜ ਕੇ ਸੰਯੋਗ ਕੀਤਾ ਹੈ। ਅਸੀਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆ ਜਿੰਨੇ ਸਾਡੇ ਜਥੇਦਾਰ ਬੈਠੇ ਆ, ਬਾਕੀ ਜਥੇਦਾਰ ਸਾਡੇ ਕਈ ਮੁਖੀ ਜਥੇਬੰਦੀਆਂ ਦੇ ਬਾਹਰ ਵੀ ਬੈਠੇ ਆ, ਅਸੀਂ ਇਹੀ ਕਹਿਣਾ ਚਾਹੁੰਦੇ ਵੀ ਅਸੀਂ ਇਹ ਸੰਘਰਸ਼ ਬੜਾ ਸ਼ਾਂਤਮਈ, ਨਾ ਹੀ ਵਾਇਲੈਂਸ ਕਰਨਾ ਚਾਹੁੰਦੇ ਆ, ਨਾ ਹੀ ਸ਼ਰਾਰਤੀ ਅਨਸਰਾਂ ਤੋਂ ਹੀ ਬਚਣਾ ਚਾਹੁੰਦੇ ਆ। ਜਿਹੜੇ ਖਾਲਸਾ ਪੰਥ ਦੇ ਸਿਧਾਂਤ, ਖਾਲਸਾ ਪੰਥ ਦੀ ਮਰਜ਼ਾਦਾ, ਅਸੀਂ ਉਹਦੇ ਤੇ ਕਾਇਮ ਰਹਿ ਕੇ ਜੋ ਗੁਰੂ ਗੋਬਿੰਦ ਸਿੰਘ ਨੇ ਮਰਜ਼ਾਦਾ ਚਲਾਈ ਸੀ, ਸਾਡਾ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਵਿਰੋਧ ਨਹੀਂ, ਪਰ ਖਾਲਸਾ ਪੰਥ ਦਾ ਸ਼ੁਰੂ ਤੋਂ ਲੱਗ ਕੇ ਜ਼ੁਲਮ ਦੇ ਨਾਲ ਵੈਰ ਆਇਆ। ਜਿਹੜਾ ਖਾਲਸਾ ਪੰਥ ਨਾਲ ਕੋਈ ਜ਼ੁਲਮ ਕਰਦਾ ਹੈ ਜਾਂ ਸੰਗਤ ਦੇ ਨਾਲ ਜ਼ੁਲਮ ਕਰਦਾ ਹੈ, ਖਾਲਸਾ ਪੰਥ ਡਟ ਕੇ ਉਹਦੇ ਨਾਲ ਖੜਦਾ ਹੈ। ਇਸ ਕਰਕੇ ਸਾਡੇ ਜਿਹੜੇ ਸਿਧਾਂਤ, ਅਸੀਂ ਮਰਜ਼ਾਦਾ 'ਚ ਰਹਿ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਦੋਵੇਂ ਟਾਈਮ ਪ੍ਰਕਾਸ਼ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਆ, ਕੀਰਤਨ ਦਰਬਾਰ ਹੁੰਦੇ ਨੇ। ਇਸ ਕਰਕੇ ਸੰਗਤ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਵੱਧ ਚੜ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਇਕੱਠੇ ਹੋ ਕੇ ਇਸ ਸੰਘਰਸ਼ ਦਾ ਸਾਥ ਦਈਏ। ਪਿੰਡਾਂ 'ਚੋਂ ਕੱਲੇ ਪਿੰਡ 'ਚੋਂ ਤੁਸੀਂ ਪੰਜਾਬ 'ਚ ਦੇਖ ਲਓ ਵੀ 12,000 ਪਿੰਡ ਹੈ ਸਾਡੇ ਪੂਰੇ ਪੰਜਾਬ 'ਚ। ਇਸ ਕਰਕੇ ਸੰਗਤ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਵੱਧ ਚੜ ਕੇ ਇਸ ਸੰਘਰਸ਼ ਦੇ ਨਾਲ ਜੁੜੀਏ। ਖਾਲਸਾ ਪੰਥ ਨਿਹੰਗ ਸਿੰਘ ਫੌਜਾਂ ਉੱਤੇ ਪੂਰੇ ਤਿਆਰ ਪਰ ਤਿਆਰ, ਪੂਰੇ ਜਾਹੋ ਜਲਾਲ ਦੇ ਨਾਲ ਉਸ ਮੋਰਚੇ ਦੀ ਗਵਾਹੀ ਨਾਲ, ਜੋ ਕਿ ਉੱਥੇ ਪ੍ਰਬੰਧਕ ਬਾਕੀ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਾਲ ਗਵਾਹੀ ਕੀਤੀ ਜਾਂਦੀ ਹੈ। ਇਸ ਕਰਕੇ ਕਿਸੇ ਨੂੰ ਵੀ ਉੱਥੇ ਅਸੀਂ ਸ਼ਰਾਰਤੀ ਅਨਸਰਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਵੀ ਕੋਈ ਅਸੀਂ ਇਸ ਮੋਰਚੇ ਦੇ ਵਿੱਚ ਸ਼ਰਾਰਤ ਨਹੀਂ ਕਰਨ ਦੇਣੀ। ਪੂਰੀ ਮਰਜ਼ਾਦਾ 'ਚ ਰਹਿ ਕੇ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਰਜ਼ਾਦਾ, ਜਿਹੜੇ ਸਾਡੇ ਸਿਧਾਂਤ ਸਿੱਖ ਕੌਮ ਦੇ ਸ਼ੁਰੂ ਤੋਂ ਲੈ ਕੇ ਸ਼ੁਰੂ ਤੱਕ ਚੱਲਦੇ ਆ ਰਿਹਾ, ਸਾਡੀ ਜਿਹੜੀ ਲੜਾਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਆ ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਹੈ। ਇਸ ਕਰਕੇ ਅਸੀਂ ਆਪਣੇ ਹੱਕ ਚਾਹੁੰਦੇ ਆ, ਸਾਨੂੰ ਆਪਣੇ ਹੱਕ ਮਿਲਣੇ ਚਾਹੀਦੇ ਜੋ ਕਿ ਸਾਡੇ ਸਿੰਘ ਇੰਨੀਆਂ ਸੰਜਾਵਾਂ ਪੂਰੀਆਂ ਕਰ ਚੁੱਕੇ ਨੇ। ਅਸੀਂ ਆਪਣੇ ਸੰਵਿਧਾਨ ਤੇ ਲੜਦੇ ਆ ਰਹੇ, ਸੰਵਿਧਾਨ ਦੇ ਮੁਤਾਬਕ ਅਸੀਂ ਆਪਣੇ ਹੱਕ ਮੰਗਦੇ ਆ। ਇਸ ਕਰਕੇ ਸਾਨੂੰ ਸਾਡੇ ਜਿਹੜੇ ਹੱਕ ਮਿਲਣੇ ਬਹੁਤ ਜ਼ਰੂਰੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਵੀ ਚੰਡੀਗੜ੍ਹ ਦੀਆਂ ਬਰੂਹਾਂ ਤੇ ਕੌਮੀ ਇਨਸਾਫ ਮੋਰਚਾ 1.5 ਮਹੀਨੇ ਦੇ ਲਗਭਗ ਹੋਣ ਵਾਲਾ ਸਮਾਂ ਹੋ ਗਿਆ। ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ। ਇੱਥੇ ਨਿਹੰਗ ਸਿੰਘ ਦਲ ਪੰਥ ਡਟੇ ਹੋਏ ਨੇ। ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਨਾਲ ਬੈਠੇ ਨੇ। ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਟੂੜੀ ਬੁੜਾ ਦਲ ਵੱਲੋਂ ਜਥੇਦਾਰ ਮੇਲਾ ਸਿੰਘ ਜੀ ਨਾਲ ਬੈਠੇ ਨੇ। ਸਿੰਘ ਸਾਹਿਬ ਬਾਬਾ ਗੁਰਸੇਵਕ ਸਿੰਘ ਜੀ ਮੌਜੂਦ ਨੇ। ਸਿੰਘ ਸਾਹਿਬ ਬਾਬਾ ਬਲਵਿੰਦਰ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ, ਉਹਨਾਂ ਵੱਲੋਂ ਜਥੇਦਾਰ ਸਾਹਿਬ ਵਿੱਚ ਬੈਠੇ ਨੇ। ਸਿੰਘ ਸਾਹਿਬ ਬਾਬਾ ਸਤਨਾਮ ਸਿੰਘ ਜੀ ਖਾਪਰ ਖੇੜੀ, ਬਲਵੀਰ ਸਿੰਘ ਜੀ ਖਾਪਰ ਖੇੜੀ ਬੈਠੇ ਨੇ। ਬਾਪੂ ਜੀ ਬੈਠੇ ਨੇ ਸਤਿਕਾਰਯੋਗ, ਤੇ ਜਬਰ ਜੰਗ ਸਿੰਘ ਜੀ ਜਥੇਦਾਰ ਬੈਠੇ ਨੇ, ਤੇ ਬੀਬਾ ਰਿਤਜੀ ਸਿੰਘ ਜੀ ਡਾਕਟਰ ਜੋ ਯੂਨੀਵਰਸਿਟੀ ਦੇ ਵਿੱਚ ਟੀਚਰ ਨੇ, ਉਹ ਵੀ ਪਹੁੰਚੇ ਹੋਏ ਨੇ। ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੀ ਸਿੱਖ ਸੰਗਤ ਨੂੰ, ਹਰਿਆਣੇ ਦੀ ਸੰਗਤ ਨੂੰ, ਯੂਪੀ ਦੇ ਵਿੱਚ ਬੈਠੇ ਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਕਿ ਜਿਹੜਾ ਕੌਮੀ ਇਨਸਾਫ ਮੋਰਚਾ ਸਾਡੇ ਨਾਲ ਦੇਖੋ ਧੱਕਾ ਹੋ ਰਿਹਾ, ਸਰਕਾਰਾਂ ਧੱਕਾ ਕਰ ਰਹੀਆਂ ਨੇ ਸਿੱਖ ਕੌਮ ਨਾਲ। ਬੰਦੀ ਸਿੰਘ ਛੱਡੇ ਨਹੀਂ ਜਾ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਜਾ ਰਿਹਾ। ਜਿਹੜੇ ਸਿੰਘ ਇਨਸਾਫ ਮੰਗਦੇ ਸੀ ਬਾਈਬਲ ਕਲਾਂ ਦੇ ਵਿੱਚ, ਉਹਨਾਂ ਦਾ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ। ਮੋਰਚਾ ਲੱਗ ਚੁੱਕਿਆ। ਦੇਖੋ ਇਹ ਜਿਹੜਾ ਮੋਰਚਾ ਸਾਡੀ ਅਣਖ ਤੇ ਹੋਂਦ ਦਾ ਮੋਰਚਾ, ਇਹ ਮੋਰਚਾ ਸੀ ਹਰ ਹਾਲਤ ਦੇ ਵਿੱਚ ਜਿੱਤਣਾ, ਬੰਦੀ ਸਿੰਘ ਰਿਹਾ ਕਰਾਉਣੇ, ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣਾ। ਤੇ ਅੱਜ ਸਰਕਾਰਾਂ ਇਸ ਮੋਰਚੇ ਨੂੰ ਉਠਾਉਣ ਵਾਸਤੇ ਤੁਲੀਆਂ ਹੋਈਆਂ ਨੇ। ਅੱਜ ਫੋਰਸ ਵਧਾ ਦਿੱਤੀ ਗਈ ਆ। ਇੱਥੇ ਆ ਫੋਟੋਆਂ ਆਈਆਂ ਨੇ ਮੀਡੀਆ ਦੇ ਵਿੱਚ, ਇੱਥੇ ਜਿਹੜੇ ਉਹ ਟੈਂਕ ਹੁੰਦੇ ਨੇ ਗੋਲੀ ਜਿਨ੍ਹਾਂ ਦੇ ਵਿੱਚ ਲੱਗਦੇ ਨਹੀਂ, ਬੋਲਟ ਪ੍ਰੂਫ ਟੈਂਕ ਵੀ ਲਾਤੇ। ਇੱਥੇ JCB ਮਸ਼ੀਨਾਂ ਲਾ ਦੀਆਂ। ਇੱਥੇ ਘੋੜਿਆਂ ਵਾਲੀ ਪੁਲਿਸ ਵੀ ਆ ਗਈ। ਇੱਥੇ ਹੋਰ ਬਹੁਤ ਚੰਡੀਗੜ੍ਹ ਦੀ ਫੋਰਸ, ਪੰਜਾਬ ਦੀ ਫੋਰਸ ਆਈ ਹੋਈ ਆ। ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਕਿ ਇਸ ਮੋਰਚੇ ਦੇ ਵਿੱਚ ਤੁਸੀਂ ਵਹੀਰਾਂ ਕੱਢ ਕੇ ਪਹੁੰਚੋ। ਅਸੀਂ ਡਟੇ ਹੋਏ ਆ ਤੇ ਸਰਕਾਰ ਨੂੰ ਅਪੀਲ ਆ ਸਾਡੀ ਵੀ ਜੇ ਕੋਈ ਮੋਰਚਾ ਚੱਕਣ ਚੁਕਾਉਣ ਦੀ ਗੱਲ ਕੀਤੀ, ਇਹ ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ। ਇੱਥੇ ਗੁਰੂ ਸਾਹਿਬ ਪ੍ਰਕਾਸ਼ ਨੇ, ਇੱਥੇ ਸਾਡੀਆਂ ਧੀਆਂ ਭੈਣੀਆਂ, ਬੱਚੀਆਂ, ਵੀਰ ਬਜ਼ੁਰਗ ਭਰਾ ਬੈਠੇ ਨੇ। ਅਸੀਂ ਸ਼ਾਂਤੀ ਦੇ ਵਿੱਚ ਬੈਠੇ ਆ। ਹਰੇਕ ਨੂੰ ਪ੍ਰੋਟੈਕਟ ਕਰਨ ਦਾ ਹੱਕ ਆ। ਪੀਸਫੁਲੀ ਹਰੇਕ ਸ਼ਾਂਤੀ ਦੇ ਵਿੱਚ ਰਹਿ ਕੇ ਆਪਣਾ ਰੋਸ ਦਿਖਾ ਸਕਦਾ। ਕਿਉਂ ਸਾਡੇ ਨਾਲ ਧੱਕਾ ਹੋ ਰਿਹਾ? ਜਾਈਏ ਕਿੱਥੇ? ਅਸੀਂ ਸਿੱਖ ਕੌਮ ਕਿੱਥੇ ਜਾਵੇ? ਸਾਨੂੰ ਸਰਕਾਰਾਂ ਦੱਸਣ।
ਕਿਉਂ ਨਹੀਂ ਤੁਸੀਂ ਬੰਦੀ ਸਿੰਘ ਰਿਹਾ ਕਰਦੇ, ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ ਇਨਸਾਫ ਨਹੀਂ ਦੇ ਰਹੇ। ਫਿਰ ਅਸੀਂ ਸਾਨੂੰ ਹੱਕ ਆ ਸੰਵਿਧਾਨ ਮੁਤਾਬਕ ਹਰੇਕ ਕੋਈ ਵੀ ਆਪਦਾ ਰੋਹ ਜ਼ਾਹਰ ਕਰ ਸਕਦਾ। ਅਸੀਂ ਬੈਠੇ ਆ, ਅਸੀਂ ਕਾਨੂੰਨ ਦੀ ਉਲੰਘਣਾ ਕਦੇ ਨਹੀਂ ਕੀਤੀ। ਜੇ ਕਾਨੂੰਨ ਦੀ ਉਲੰਘਣਾ ਕੀਤੀ ਆ ਸਰਕਾਰਾਂ ਨੇ ਕੀਤੀ ਆ, ਸੰਵਿਧਾਨ ਦੀ ਉਲੰਘਣਾ ਸਰਕਾਰਾਂ ਨੇ ਕੀਤੀ ਆ। ਸੰਵਿਧਾਨ ਇਹ ਕਹਿ ਰਿਹਾ ਕਿ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ, ਸੰਵਿਧਾਨ ਕਹਿ ਰਿਹਾ। ਪਰ ਸਰਕਾਰਾਂ ਉਸ ਸੰਵਿਧਾਨ ਦੀ ਸਰਕਾਰਾਂ ਨੇ, ਚਾਹੇ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਧੱਜੀਆਂ ਉਡਾ ਰੱਖੀਆਂ ਨੇ, ਨਹੀਂ ਸੰਵਿਧਾਨ ਤੇ ਪਹਿਰਾ ਦੇ ਰਹੇ। ਸੰਵਿਧਾਨ ਕਹਿੰਦਾ ਬੰਦੀ ਸਿੰਘ ਛੱਡੋ, ਇਹਨਾਂ ਨੂੰ ਇਨਸਾਫ ਦਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦਿਓ। ਕਿਉਂ ਨਹੀਂ ਕਰਦੇ? ਕਿਉਂ ਸਾਡੇ ਨਾਲ ਧੱਕਾ ਹੋ ਰਿਹਾ? ਤੇ ਜੇ ਕਿਤੇ ਸਰਕਾਰ ਇਸ ਮੋਰਚੇ ਤੇ ਜ਼ਬਰ ਕਰਦੀ ਆ ਤੇ ਫਿਰ ਆ ਜਿਹੜਾ ਖਾਲਸਾ ਪੰਥਾਂ ਨਿਹੰਗ ਸਿੰਘ ਦਲ ਪੰਥ ਬੈਠੇ ਨੇ ਇੱਥੇ, ਅਸੀਂ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੋਰਚਾ ਹੈ, ਇਹਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਹੇ ਨੇ। ਕਿਸੇ ਵਿਸ਼ੇਸ਼ ਵਿਅਕਤੀ ਦੀ ਇੱਥੇ ਅਗਵਾਈ ਨਹੀਂ, ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਮੋਰਚਾ ਨਹੀਂ ਲੱਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਗਵਾਈ ਦੇ ਵਿੱਚ ਮੋਰਚਾ ਲੱਗਿਆ। ਜੇ ਕਿਤੇ ਸਰਕਾਰ ਇਹ ਗਲਤੀ ਨਾ ਕਰ ਲਵੇ ਤੇ ਅਸੀਂ ਅਟੈਕ ਕਰ ਦਾਂਗੇ। ਅਟੈਕ ਕਰਨ ਤੋਂ ਪਹਿਲਾਂ ਸਰਕਾਰਾਂ ਸੋਚਣ, ਇੱਥੇ ਦਲ ਪੰਥ ਬੈਠਾ, ਤੁਸੀਂ ਸਰਕਾਰੀ ਫੌਜ ਹੋ, ਇਹ ਗੁਰੂ ਕੀ ਫੌਜ ਆ। ਜੇ ਕਿਤੇ ਕੋਈ ਸਾਡੇ ਬੰਦੇ ਦੀ ਆ ਕੇ ਕਿਸੇ ਨੇ ਪੱਗ ਲਾ ਸੀ ਜਾਂ ਕਿਸੇ ਨੇ ਡੰਡਾ ਮਾਰਦਾ ਜਾਂ ਕੋਈ ਹੋਰ, ਜਦੋਂ ਅਸੀਂ ਅਮਰ ਚੈਨ ਨਾਲ ਬੈਠੇ ਹਾਂ, ਜੇ ਸਾਨੂੰ ਸਤਾਇਆ ਗੁਰੂ ਸਾਹਿਬ ਦੀ ਕੋਈ ਬੇਅਦਬੀ ਹੋ ਗਈ ਇੱਥੇ ਆ ਕੇ ਸਰਕਾਰਾਂ ਨੇ ਕੀਤੀ, ਤਾਂ ਫਿਰ ਆ ਨਿਹੰਗ ਸਿੰਘ ਸਾਨੂੰ ਲਾਜ ਆ ਜੇ ਅਸੀਂ ਮੈਦਾਨ 'ਚੋਂ ਭੱਜਦੇ ਹਾਂ, ਨਹੀਂ ਭੱਜ ਸਕਦੇ। ਅਸੀਂ ਲੜਾਂਗੇ, ਮਰਾਂਗੇ, ਜਾਂ ਸਾਨੂੰ ਮਾਰ ਕੇ ਗ੍ਰਿਫਤਾਰ ਕਰਕੇ ਲੈ ਜੇ, ਦੋ ਹੀ ਕੰਮ ਨੇ। ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਇਹ ਮਤ ਸੋਚੋ, ਅਸੀਂ ਸ਼ਾਂਤੀ ਦੇ ਵਿੱਚ ਬੈਠੇ ਹਾਂ, ਇੱਥੇ ਗੁਰੂ ਦਾ ਕੀਰਤਨ ਹੁੰਦਾ, ਇੱਥੇ ਨਿਤਨੇਮ ਹੁੰਦਾ, ਇੱਥੇ ਬਾਣੀ ਪੜ੍ਹੀ ਜਾਂਦੀ, ਇੱਥੇ ਜਿਹੜੇ ਬੁਲਾਰੇ ਨੇ ਉਹ ਆ ਕੇ ਆਪਦੇ ਵਿਚਾਰ ਦਿੰਦੇ ਨੇ, ਇੱਥੇ ਬੱਚੇ ਆਉਂਦੇ ਨੇ, ਇੱਥੇ ਬੀਬੀਆਂ ਆਉਂਦੀਆਂ ਨੇ, ਇੱਥੇ ਬਜ਼ੁਰਗ ਬੈਠੇ ਨੇ। ਮਤ ਸੋਚੇ। ਦੇਖ ਲਾ ਭਗਵੰਤ ਮਾਨ ਨੂੰ ਮੈਂ ਇੱਕ ਅਪੀਲ ਕਰਦਾ, ਭਗਵੰਤ ਮਾਨ ਸਰਕਾਰ ਨੂੰ, ਕਿ ਜਿਹੜੀ ਸੈਂਟਰ ਸਰਕਾਰ ਆ ਉਹ ਤੁਲੀ ਹੋਈ ਆ ਵੀ ਦੰਗਾ ਹੋਵੇ। ਜੇ ਕਿਤੇ ਇੱਥੇ ਕੋਈ ਗੱਲਬਾਤ ਹੋ ਗਈ, ਕਾਂਡ ਹੋ ਗਿਆ, ਭਗਵੰਤ ਮਾਨ ਸਾਹਿਬ ਮਰਿਆ ਹੋਇਆ ਸੱਪ ਆਪਦੇ ਗਲ ਨਾ ਪਵਾ ਲਿਓ। ਸੈਂਟਰ ਸਰਕਾਰ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਆ। ਮਤ ਤੁਸੀਂ ਸੋਚਿਓ ਕਿ ਇੱਥੇ ਅਟੈਕ ਕਰ ਦਿਆਂਗੇ। ਆ ਗੁਰੂ ਕਾ ਖਾਲਸਾ ਪੰਥ ਬੈਠਾ। ਅਸੀਂ ਬੇਨਤੀਆਂ ਕਰਦੇ ਹਾਂ ਸਾਰੇ ਨੌਜਵਾਨਾਂ ਨੂੰ, ਪੰਜਾਬ ਦਿਆਂ ਨੂੰ, ਹਰਿਆਣੇ ਦਿਆਂ ਨੂੰ, ਕਦੋਂ ਆਉਂਗੇ ਉੱਠ ਕੇ ਘਰਾਂ 'ਚੋਂ? ਅੱਜ ਤੁਹਾਡੀ ਮੋਰਚੇ ਦੇ ਵਿੱਚ ਲੋੜ ਆ। ਜਦੋਂ ਕੋਈ ਇੱਥੇ ਕਾਂਡ ਵਾਪਰ ਗਿਆ ਫਿਰ ਮੁੜ ਕੇ ਤੁਸੀਂ ਝੰਡੇ ਚੱਕੀ ਫਿਰਦੇ ਹੁੰਦੇ ਹੋ। ਸਾਰੀਆਂ ਪਾਰਟੀਆਂ ਜਿੰਨੀਆਂ ਵੀ ਨੇ ਜਿਹੜੇ ਗੁਰੂ ਨੂੰ ਸਮਰਪਿਤ ਨੇ, ਨਹੀਂ ਐਵੇਂ ਨਾ ਕਿਹਾ ਕਰੋ ਵੀ ਅਸੀਂ ਗੁਰੂ ਨੂੰ ਸਮਰਪਿਤ ਹਾਂ। ਜਿੰਨੇ ਸੰਤ ਮਹੰਤ ਨੇ ਡੇਰਿਆਂ ਦੇ ਵਿੱਚ, ਮਹਾਂਪੁਰਸ਼ ਨੇ, ਗੁਰਦੁਆਰੇ ਦੇ ਪ੍ਰਧਾਨ ਨੇ, ਗੁਰੂ ਘਰਾਂ ਦੇ ਗ੍ਰੰਥੀ ਨੇ, ਉਹ ਸਾਰੇ ਸੁਬਾਹ ਸ਼ਾਮ ਜਿਹੜਾ ਇੱਥੇ ਨਹੀਂ ਪਹੁੰਚ ਸਕਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਇਹ ਮੋਰਚੇ ਦੀ ਚੜ੍ਹਦੀ ਕਲਾ ਤੇ ਫਤਿਹ ਬਖਸ਼ਿਸ਼ ਕਰੋ। ਤੇ ਮੈਂ ਸੰਗਤ ਨੂੰ ਕਹਿੰਦਾ ਤੁਸੀਂ ਵੀ ਆਓ, ਸੰਤ ਮਹੰਤ ਇੱਥੇ ਆਉਣ, ਡੇਰੇ ਵਾਲੇ ਆਉਣ, ਜਿਹੜੇ ਗੁਰੂ ਨੂੰ ਮੰਨਦੇ ਨੇ, ਸਾਰੇ ਸਾਨੂੰ ਚਾਹੀਦੇ ਨੇ। ਜੇ ਕੋਈ ਭਾਈ ਨਹੀਂ ਆਊਗਾ ਫਿਰ ਆ ਪੰਥਕ ਗੱਲ ਦਾ ਦੇਖਦਾ ਸਾਰਾ ਕੁਝ, ਸਭ ਕੁਝ ਦੇਖੂਗਾ। ਇਸ ਕਰਕੇ ਮੈਂ ਸਾਰਿਆਂ ਦੇ ਚਰਨਾਂ ਦੇ ਵਿੱਚ ਅਪੀਲ ਕਰਦਾ ਕਿ ਆਓ, ਇਹ ਗੁਰੂ ਗ੍ਰੰਥ ਤੇ ਪੰਥ ਦਾ ਮੋਰਚਾ ਸਾਡਾ ਕੁਝ ਨਹੀਂ ਹੈਗਾ ਇੱਥੇ। ਅਸੀਂ ਤਾਂ ਇੱਕ ਸੇਵਾਦਾਰ ਬਣ ਕੇ ਬੈਠੇ ਹਾਂ। ਸਭ ਨੂੰ ਹੱਕ ਬਣਦਾ ਜਦੋਂ ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹਾਂ, ਸਭ ਕੁਝ ਗੁਰੂ ਦਾ ਖਾਂਦੇ ਹਾਂ। ਫਿਰ ਅਸੀਂ ਮੋਰਚੇ ਦੇ ਵਿੱਚ ਕਿਉਂ ਨਹੀਂ, ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠ ਕੇ ਕਮੈਂਟ ਨਾ ਕਰਿਆ ਕਰੋ। ਇੱਥੇ ਪਹੁੰਚੋ, ਇੱਥੇ ਪਹੁੰਚ ਕੇ ਆਪਦੇ ਤੰਬੂ ਕੱਢੋ, ਸਰਕਾਰ ਦੇ ਆਪਾਂ ਪੈਰ ਹਿਲਾਈਏ। ਜਦੋਂ ਕਿਸਾਨੀ ਦਾ ਮੋਰਚਾ ਚੱਲਿਆ ਉਦੋਂ ਤਾਂ ਅਸੀਂ ਦੇਖੋ ਪਿੰਡਾਂ ਦੇ ਵਿੱਚ ਮਤੇ ਪੈ ਗਏ ਕਿ ਨਾ ਵੀ ਜਿਹੜਾ ਉੱਥੇ ਕਿਸਾਨੀ ਮੋਰਚੇ 'ਚ ਨਹੀਂ ਜਾਊ ਉਹਨੂੰ ਜੁਰਮਾਨਾ ਲਾਇਆ ਜਾਊਗਾ। ਫਿਰ ਹੁਣ ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਲੱਗਿਆ, ਫਿਰ ਹੁਣ ਕਿਉਂ ਨਹੀਂ ਪਿੰਡਾਂ ਦੇ ਵਿੱਚ ਮਤੇ ਪੈਂਦੇ? ਹੁਣ ਵੀ ਪਾਉਣੇ ਚਾਹੀਦੇ ਨੇ। ਜਿਹੜਾ ਨਹੀਂ ਆ ਕੇ ਬੈਠੂ ਇੱਥੇ, ਜਿਹੜਾ ਨਹੀਂ ਆਊਗਾ ਉਹਨੂੰ ਜੁਰਮਾਨਾ ਕਰੋ। ਹੁਣ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਉਦੋਂ ਵੱਡਾ ਮੋਰਚਾ ਹੈ ਸੰਗਤ ਜੀ। ਇਸ ਕਰਕੇ ਸਾਰੀਆਂ ਸੰਗਤਾਂ ਵਹੀਰਾਂ ਕੱਤ ਕੇ ਆਓ। ਫੇਰ ਨਾ ਕਿਹੋ ਕਾਂਡ ਤੋਂ ਬਾਅਦ ਫਿਰ ਝੰਡੇ ਚੱਕੀ ਫਿਰੋ, ਆਹ ਹੋ ਗਿਆ ਜੀ, ਉਹ ਹੋ ਗਿਆ। ਉਦੋਂ ਪਹਿਲਾਂ ਤੁਸੀਂ ਆ ਕੇ ਇਹਦੇ ਵਿੱਚ ਸ਼ਮੂਲੀਅਤ ਕਰੋ। ਸਰਕਾਰ ਦਾ ਜ਼ਰੂਰਤ ਹੀ ਨਾ ਪਵੇ ਇਸ ਮੋਰਚੇ ਦੇ ਵੱਲ ਝਾਕਣ। ਇਸ ਕਰਕੇ ਤੁਹਾਡੀ ਜ਼ਰੂਰਤ ਆ, ਇਕੱਠ ਦੀ ਜ਼ਰੂਰਤ ਹੈ। ਇੱਥੇ ਸਿਰ ਜੋੜ ਕੇ ਬੈਠੋ, ਮੋਰਚੇ ਦੇ ਵਿੱਚ ਸ਼ਮੂਲੀਅਤ ਕਰੋ, ਘਰਾਂ ਦੇ ਵਿੱਚ ਨਾ ਬੈਠੋ। ਅੱਜ ਤੁਹਾਨੂੰ ਇਹ ਮੋਰਚਾ ਦੇਖ ਰਿਹਾ, ਤੁਹਾਡੇ ਵੱਲ ਆਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਦਾ ਇਨਸਾਫ ਲਈਏ ਤੇ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਈਏ। ਸਾਰਿਆਂ ਦੇ ਚਰਨਾਂ ਦੇ ਵਿੱਚ ਅਪੀਲ ਆ, ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਮੇਲਾ ਸਿੰਘ ਜੀ ਕਰੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਕੋਈ ਨਹੀਂ ਚਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਬਾਬੇ ਦਾ ਬੋਲ ਬਹੁਤ ਆ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ ਕਾਂਦੀ 96 ਕਰੋੜੀ ਤੇ ਦਲ ਪੰਥ ਵੱਲੋਂ ਅਸੀਂ ਸੰਗਤਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਸਾਧ ਸੰਗਤ ਜੀ ਕੌਮੀ ਮੋਰਚਾ ਇਹ ਸਹੇ ਦੀ ਨਹੀਂ ਪਹੇ ਦੀ ਹੈ, ਕਿਉਂਕਿ ਇੱਕ ਦੇਸ਼ ਵਿੱਚ ਇੱਕ ਕਾਨੂੰਨ ਹੋਣਾ ਚਾਹੀਦਾ ਹੈ। ਕਿਤੇ ਕਾਨੂੰਨ ਕੈਸਾ ਚੱਲੀ ਜਾਂਦਾ, ਕਿਤੇ ਕੈਸਾ ਚੱਲੀ ਜਾਂਦਾ ਹੈ। ਹਰ ਇੱਕ ਦੇ ਉੱਤੇ ਇੱਕ ਕਾਨੂੰਨ ਚਾਹੀਦਾ। ਜਦੋਂ ਜਿਨ੍ਹਾਂ ਦੀਆਂ ਸਜ਼ਾਵਾਂ ਆਪਦੀ ਸਜ਼ਾਵਾਂ ਦੇ ਟਾਈਮ ਨਾਲੋਂ ਵੀ ਦੁੱਗਣੀਆਂ ਤਿੱਗਣੀਆਂ ਹੋ ਗਈਆਂ, ਉਹਦੇ ਵਿੱਚ ਵਿਚਾਰ ਕਰਨੀ ਚਾਹੀਦੀ ਹੈ। ਸੰਗਤਾਂ ਦੇ ਵਿੱਚ ਰੋਸ ਨਹੀਂ ਪੈਣਾ ਚਾਹੀਦਾ ਕਿ ਸਰਕਾਰਾਂ ਦੀ ਭਾਊਮਾਰੀ ਭਰਾਮਾਰੀ ਨੀਤੀ ਦੇ ਵਿੱਚ ਆ ਰਹੀ ਹੈ। ਸਰਕਾਰ ਦੰਗਾ ਕਰਾਉਣਾ ਚਾਹੁੰਦੀ ਹੈ। ਉਧਰ ਵੀ ਪੁਲਿਸ ਪੰਜਾਬ ਦੀ ਤੇ ਇੱਧਰ ਵੀ ਪੰਜਾਬੀ ਬੈਠੇ ਨੇ। ਸਾਡੇ ਪਰਿਵਾਰ ਦੇ ਵਿੱਚ ਆਪ ਦੀ ਜੰਗਾਖਾਨੀ ਕਰਾਉਣੀ ਚਾਹੁੰਦੀ ਹੈ ਸਰਕਾਰ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੈਦਾਨ ਦੇ ਵਿੱਚ ਖਾਲਸਾ ਉਤਰਿਆ ਹੋਇਆ ਹੈ, ਇਹਦਾ ਕੋਈ ਨਾ ਕੋਈ ਨਿਰਣਾ ਹੋਣੂਗਾ। ਸਭ ਸੰਗਤਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਇੱਥੋਂ ਭੱਜ ਭਜਾਈ ਵਾਲੀ ਤਾਂ ਗੱਲ ਕੋਈ ਨਹੀਂ। ਜਦੋਂ ਮੋਰਚਾ ਲੱਗ ਹੀ ਗਿਆ, ਹੁਣ ਸਾਰੇ ਤਿਆਰ ਪ੍ਰਤਿਆਰ ਹੋ ਕੇ ਵੀਰਾਂ ਘੱਤ ਕੇ ਮੋਰਚੇ ਦੇ ਵਿੱਚ ਪਹੁੰਚੋ, ਤਾਂ ਕਿ ਸਰਕਾਰ ਦੇ ਦੋਗਲੇਪਾਣਾ ਜਿਹੜੇ ਇੱਕ ਦੇਸ਼ ਦੇ ਵਿੱਚ ਉਹਨਾਂ ਨੂੰ ਆਪਾਂ ਨਕਾਰਾ ਕਰਕੇ ਛੱਡੀਏ। ਕਿਉਂਕਿ ਖਾਲਸੇ ਨੇ ਜਦੋਂ ਵੀ ਤਿਆਰ ਪ੍ਰਤਿਆਰ ਹੋ ਕੇ ਮੈਦਾਨ ਦੇ ਵਿੱਚ ਉਤਰਿਆ ਤਾਂ ਸਤਿਗੁਰ ਨੇ ਇਹਨੂੰ ਜਿੱਤਾਂ ਹੀ ਦਿੱਤੀਆਂ। ਸਾਧ ਸੰਗਤ ਜੀ ਸਾਰੇ ਕਿਤੇ ਵੀ ਬੈਠਾ, ਕੋਈ ਡਰਨ ਦੀ ਲੋੜ ਨਹੀਂ। ਸ਼ਾਂਤੀਪੂਰਵਕ ਢੁੱਲੋਵਾਰੀ ਕਿਸੇ ਨੇ ਨਹੀਂ ਕਰਨੀ। ਜੇ ਕੋਈ ਸ਼ਰਾਰਤ ਜਾਊਗਾ, ਪੰਜਵਾਂ ਵੇਦ ਖਾਲਸਾ ਵੀ ਪੜਾਊਗਾ ਉਹਨੂੰ। ਛਿੱਤਰ ਪੌਲਾ ਖੜਕਾਵਾਂਗੇ, ਮਤ ਆਉਣਾ ਇੱਥੇ ਇਹ ਜਿਹੇ ਸ਼ਰਾਰਤੀ ਬੰਦੇ ਨੇ। ਸਰਕਾਰ ਨੂੰ ਵੀ ਤਾੜਨਾ ਕਰਦੇ ਆ, ਕੋਝੀਆਂ ਚਾਲਾਂ ਨਹੀਂ ਚੱਲਣੀਆਂ। ਇਨਸਾਫ ਮੰਗਦੇ ਆ, ਕੋਈ ਭੀਖ ਨਹੀਂ ਮੰਗਦੇ। ਇਨਸਾਫ ਸਾਨੂੰ ਖਾਲਸੇ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਜਿੰਨੀਆਂ ਸਜ਼ਾਵਾਂ ਅਸੀਂ ਅੱਗੇ ਲੰਘ ਚੱਕੇ ਹੈ। ਕਈ ਹੁਣ ਪਰੋਲ ਤੇ ਵੀ ਨਹੀਂ ਭੇਜ ਰਹੇ, ਵੱਡੇ ਵੱਡੇ ਅਪਰਾਧੀ ਪਰੋਲ ਤੇ ਆ ਰਹੇ ਨੇ। ਕਿਉਂ ਵੀ ਸਿੱਖ ਬੱਚਿਆਂ ਨੂੰ ਕਿਉਂ ਨਹੀਂ ਭੇਜ ਰਹੇ? ਇਹ ਦੂਸਰ ਗੱਲ ਹੈ। ਇਹ ਬਹੁਤ ਮਾੜੀ ਗੱਲ ਹੈ, ਬਰਦਾਸ਼ਤ ਤੋਂ ਬਾਹਰ ਹੈ। ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਮੋਰਚਾ ਇਸੇ ਤੇ ਟਾਈਮ ਲੱਗੇ ਜਾਏਗਾ। ਕਦੇ ਨਹੀਂ ਭੱਜ ਕੇ ਜਾਵਾਂਗੇ, ਨਾ ਹੀ ਛੱਡ ਕੇ ਜਾਵਾਂਗੇ। ਸਰਬੱਤ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਹਮਾ ਕੇ ਆਓ। ਇਹ ਜਿਹੜੇ ਸਰਕਾਰੀ ਜਾਂ ਆਪਣੇ ਲੀਡਰ ਨੇ ਜਿਹੜੇ ਹਰ ਵਕਤੀ ਖਾਲਸੇ ਦੇ ਜਾਂ ਬੱਚਿਆਂ ਨਾਲ ਸਾਡੇ ਨਾਲ ਸ਼ਿਕਾਰ ਖੇਡਦੇ ਆ ਰਹੇ ਨੇ, ਇਹਨਾਂ ਨੂੰ ਬਾਝ ਆਉਣਾ ਚਾਹੀਦਾ। ਖਾਲਸਾ ਜਾਗ ਪਿਆ, ਹੁਣ ਖਾਲਸਾ ਜਾਗ ਪਿਆ। ਹੁਣ ਸਭ ਭਾਈ ਮੇਰੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਨੀਲਾ ਬਾਣਾ ਪਹਿਨੋ, ਤਿਆਰ ਪ੍ਰਤਿਆਰ ਹੋ ਕੇ ਜੰਗੀ ਬਾਣਾ ਪਹਿਨ ਕੇ ਮੈਦਾਨ ਦੇ ਵਿੱਚ ਆਓ, ਤਾਂ ਕਿ ਆਪਾਂ ਇਨਸਾਫ ਲੈ ਚੱਲੀਏ ਸਕੀਏ। ਸਰਬੱਤ ਸੰਗਤਾਂ ਦਾ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸ਼ਾਂਤੀਪੂਰਵਕ, ਕਿਸੇ ਨੇ ਹੁੜਲੋਬਾਜੀ ਨਹੀਂ ਕਰਨੀ। ਖਾਲਸਾ ਪੰਥ ਸ਼ਾਂਤੀ ਦਾ ਪ੍ਰਤੀਕ ਹੈ। ਸ਼ਾਂਤੀ ਦੇ ਨਾਲ ਇੱਥੇ ਖਾਲਸਾ ਪੰਥ ਦਾ ਪ੍ਰਚਾਰ ਕਰ ਰਹੇ ਹਾਂ। ਅਸੀਂ ਜਿੰਨੇ ਪ੍ਰਚਾਰਕਾਂ ਉੱਥੇ ਇਕੱਠੇ ਹੋਏ ਆ, ਸਟੇਜਾਂ ਤੋਂ ਮਹਾਰਾਜ ਦੇ ਪੰਥ ਦਾ ਪ੍ਰਚਾਰ ਹੁੰਦਾ ਹੈ, ਸਿੱਖੀ ਦਾ ਪ੍ਰਚਾਰ ਹੁੰਦਾ ਹੈ। ਕੋਈ ਗਲਤ ਬਿਆਨਬਾਜ਼ੀ ਨਹੀਂ ਕਰਨ ਦਿੰਦੇ ਅਸੀਂ, ਕਿਉਂਕਿ ਖਾਲਸਾ ਪੰਥ ਦੇ ਨਾਂ ਦੇ ਉੱਤੇ ਚੱਲਿਆ ਤੇ ਅਸੀਂ ਸਾਰੇ ਉਹਦੇ ਵਿੱਚ ਹੈ। ਸਰਬੱਤ ਸੰਗਤਾਂ ਨੂੰ ਇਹੀ ਸੱਦਾ ਦਿੰਦੇ ਹਾਂ, ਕਿਸੇ ਨੂੰ ਡਰਨ ਦੀ ਲੋੜ ਨਹੀਂ। ਸ਼ਾਂਤੀਪੂਰਵਕ ਆਪਣਾ ਕਾਰਜ ਹੈ, ਸਤਿਗੁਰਾਂ ਨੇ ਆਪਣਾ ਨੇਪਰੇ ਚਾੜਨਾ ਹੈ। ਸਰਬੱਤ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਬੋਲਣਾ ਬੇਟੀ ਨੂੰ ਬੋਲੋਗੇ, ਖੁਦ ਬੋਲੋਗੇ। ਕਿੱਧਰਲੇ ਬਣੇ ਆ ਜਾਓ। ਹਾਂਜੀ ਹਾਂਜੀ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਆਪ ਜੀ ਸਭ ਜੀ ਨੂੰ ਪਤਾ ਹੀ ਹੈ ਵੀ ਇੱਥੇ ਮੋਰਚਾ ਲੱਗਿਆ ਹੋਇਆ ਹੈ ਹਰਿਆਣੇ ਦੇ ਵਿੱਚ। ਜਿੱਥੋਂ ਤੱਕ ਤਾਂ ਪ੍ਰਚਾਰ ਜਾ ਕੇ ਹੋ ਸਕਿਆ ਉਹ ਵੀ ਕੀਤਾ, ਪਰ ਜਿਵੇਂ ਹਰਿਆਣੇ ਦੇ ਵਿੱਚੋਂ ਸੰਗਤਾਂ ਆ ਕੇ ਇੱਥੇ ਹਾਜ਼ਰੀਆਂ ਲਾ ਕੇ ਮੁੜ ਕੇ ਗਈਆਂ। ਸੋ ਜਿਵੇਂ ਚਰੂਨੀ ਗਰੁੱਪ ਦੇ ਵੀ ਕਿਸਾਨ ਯੂਨੀਅਨ ਦੇ ਬੰਦੇ ਇੱਥੋਂ ਆ ਕੇ ਮੁੜ ਕੇ ਗਏ ਹੈ, ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿੰਨੇ ਪਹਿਲਾਂ ਇੱਥੇ ਸੰਤ ਸਮਾਜ ਕੋਈ ਹਾਜ਼ਰੀ ਲਾ ਕੇ ਗਿਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਅਤੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਹਾਂ, ਹਰਿਆਣਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਵੀ ਭਾਈ ਆਪ ਸਭ ਜੀ ਆਪਾਂ ਹਰਿਆਣੇ ਵੱਲੋਂ ਪੰਜਾਬ ਨੂੰ
ਜੋ ਕਿ ਆਪਾਂ ਕਹਿੰਦੇ ਆ ਵੀ ਆਪਣਾ ਵੱਡਾ ਭਰਾ ਹੈ, ਆਪਾਂ ਹਰਿਆਣੇ ਬੰਨੋਂ ਹੁਣ ਵੱਡਾ ਇਕੱਠ ਲਿਆ ਕੇ ਭਾਈ ਇੱਥੇ ਹਾਜ਼ਰ ਹੋ ਜਾਓ, ਡਟਣਾ ਆਪਾਂ ਨੂੰ ਪੈਣਾ ਹੈ, ਮੋਢੇ ਨਾਲ ਮੋਢਾ ਲਾ ਕੇ ਖੜਨਾ ਪੈਣਾ ਹੈ। ਬਸ ਇੰਨੀਆਂ ਕੁ ਬੇਨਤੀਆਂ ਤਾਂ ਅਸੀਂ ਆਪਣੇ ਪਿੰਡਾਂ ਵਾਲਿਆਂ ਨੂੰ ਕਰਨੇ ਚਾਹੁੰਦੇ ਸੀ। ਅਤੇ ਜੋ ਵੀਰ ਇੱਥੇ ਕੁਛ ਕਈ ਦਿਨਾਂ ਤੋਂ ਹੋ ਰਿਹਾ ਵੀ ਜਿਵੇਂ ਹੁੱਲੜਬਾਜੀ ਮਚਾ ਰਹੇ ਹੈ, ਸੋ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਦੇਖੋ ਬਾਪੂ ਗੁਰਚਰਨ ਜੀਆਂ ਬਣੀ ਸੋਚੋ ਵੀ ਆਪਣੇ ਘਰੇ ਜਿਵੇਂ ਛੋਟਾ ਜਿਹਾ ਵੀ ਕਲੇਸ਼ ਪੈ ਜਾਂਦਾ, ਦੇਖੋ ਸਾਰੇ ਪਰਿਵਾਰ ਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਭਰਾ ਮੇਰਿਓ ਇਸ ਬਜ਼ੁਰਗ ਨੂੰ ਦੇਖ ਲਓ ਵੀ ਆਪਾਂ ਨੂੰ ਕਿੰਨੇ ਬੰਦਿਆਂ ਦੀ ਟੈਨਸ਼ਨ ਹੈ, ਤੇ ਫਿਰ ਵੀ ਆਪਾਂ ਤਪਾਈ ਜਾਂਦੇ ਆ। ਇੱਥੇ ਮੋਰਚੇ ਤੇ ਆਏ ਆਪਾਂ ਸਵਾਰਨ ਆਏ ਆ, ਨਾ ਕਿ ਵਿਗਾੜਨ ਆਏ ਆ। ਨਿਮਰਤਾ ਨਾਲ ਰਹੋ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਆਪਣੀ ਵਜ੍ਹਾ ਨਾਲ। ਹਾਂ, ਜੇ ਕੋਈ ਅੱਤ ਚੱਕੂਗਾ ਉਸ ਦਾ ਮੁਕਾਬਲਾ ਆਪਾਂ ਸਬਰ ਨਾਲ ਕਰਨਾ ਹੈ। ਹਾਂ, ਇੱਕ ਗੱਲ ਹੋਰ ਵੀ ਹੈ, ਜਿਵੇਂ ਉਸ ਦਿਨ ਆਪਣੇ ਪਾਣੀ ਦੀਆਂ ਗੰਦੀਆਂ ਵਿਛਾੜਾਂ ਮਾਰੀਆਂ ਗਈਆਂ, ਭਈਆਂ ਤੋਂ ਲਿਆ ਕੇ ਡਲੇ ਮਰਵਾਏ ਗਏ, ਸਾਡੀਆਂ ਧੀਆਂ ਭੈਣਾਂ ਸਾਡੇ ਅੱਖਾਂ ਦੇ ਸਾਹਮਣੇ ਕੁੱਟੀ ਜਾਂਦੇ ਸੀ, ਤਾਂ ਫਿਰ ਸਾਡੇ ਜਵਾਕ ਭਾਈ ਦੇਖ ਵੀ ਕਿਵੇਂ ਲੈਂਦੇ। ਉੱਥੇ ਉਹੇ ਥਾਂ ਤੇ ਡਟਣ ਦੀ ਵੀ ਲੋੜ ਹੈ, ਪਰ ਅਸੀਂ ਖਾਸ ਕਰਕੇ ਜਿਹੜੇ ਵੀਰ ਜ਼ਿਆਦਾ ਕੋਈ ਹੁੱਲੜਬਾਜੀ ਕਰਦੇ ਆ ਜਾਂ ਕੋਈ ਗਲਤ ਫਲਤ ਬੋਲਦੇ ਆ, ਉਹਨਾਂ ਨੂੰ ਬੇਨਤੀ ਹੈ ਵੀਰ ਬਣ ਕੇ ਸਾਡੇ ਵੱਲੋਂ ਵੀ ਅਸੀਂ ਹੁਣ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕਰਦੇ ਆ, ਫਿਰ ਕਿਤੇ ਉਹ ਨਾ ਹੋਵੇ ਵੀ ਦਲਾਂ ਬੰਥਾਂ ਨੂੰ ਭਾਈ ਕਰੜਾ ਸਟੈਂਡ ਲੈਣਾ ਪੈ ਜੇ। ਬਸ ਇੰਨੀਆਂ ਕੁ ਬੇਨਤੀਆਂ ਸੀਗੀਆਂ। ਬਾਕੀ ਬਾਬਾ ਜੀਆਂ ਨੇ ਆਪ ਸਾਹਿਬ ਜੀ ਨੇ ਵਿਚਾਰ ਸਾਂਝੇ ਕੀਤੇ, ਤੇ ਬਾਪੂ ਜੀ ਆਪਣਾ ਗੁੱਡੀ ਬੋਲਣ ਨੂੰ ਆਦੀ ਹੈ ਭਾਈ, ਇਹਨਾਂ ਦਾ ਵਿਚਾਰ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਨਹੀਂ ਭਾਈ ਇੱਦਾਂ ਹੋ ਰਿਹਾ ਕੋਈ ਨਹੀਂ ਬਾਬਾ ਜੀ ਤੁਸੀਂ ਬੋਲੋ। ਬਾਪੂ ਜੀ ਨੂੰ ਤੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਤਾਂ ਪਹਿਲਾਂ ਇਹੀ ਬੇਨਤੀ ਹੈ, ਜੋ ਮੈਂ ਦੇਖ ਰਹੀ ਹਾਂ ਪਹਿਲੇ ਦਿਨ ਤੋਂ ਮੋਰਚੇ ਤੇ ਆ ਕੇ, ਕਿ ਜਦ ਸਰਕਾਰਾਂ ਡਰਦੀਆਂ ਨੇ ਨਾ ਤੇ ਪੁਲਿਸ ਨੂੰ ਅੱਗੇ ਕਰਦੀਆਂ ਨੇ, ਉਹੀ ਹੋ ਰਿਹਾ। ਔਰ ਇਹ ਨਹੀਂ ਮੈਨੂੰ, ਮੈਂ ਜੋ ਚੀਜ਼ ਦੇਖ ਪਾ ਰਹੀ ਹਾਂ ਕਿ ਜਿੱਦਾਂ ਇਹਨਾਂ ਨੇ 8 ਤਰੀਕ ਨੂੰ 8 ਤਰੀਕ ਹੋਇਆ ਸੀ ਨਾ ਹਮਲਾ, 8 ਤਰੀਕ ਬਾਰ-ਬਾਰ ਮੇਰੀ ਮੀਡੀਆ ਦੀ ਭੈਣਾਂ ਵੀ ਨਾਲ ਵੀ ਗੱਲ ਹੋ ਰਹੀ ਸੀ ਜਦ ਇੰਟਰਵਿਊ ਕਰ ਰਹੇ ਸੀਗੇ, ਕਿ ਉਹ ਵੀ ਕਹਿੰਦੇ ਕਿ ਅਸੀਂ ਵੀ ਪਛਾਣ ਨਹੀਂ ਪਾ ਰਹੇ ਸੀਗੇ ਕਿ ਉਹ ਪੇਰੂਪੀਏ ਸੀਗੇ ਕੌਣ। ਤੇ ਇਹ ਸਰਕਾਰ ਜੋ ਮੈਨੂੰ ਲੱਗ ਰਿਹਾ, ਜੋ ਮੈਂ ਦੇਖ ਪਾ ਰਹੀ ਹਾਂ, ਬਹੁਤ ਹੀ ਸਾਜ਼ਿਸ਼ ਨਾਲ ਇਸ ਤਰੀਕੇ ਨਾਲ ਚੱਲ ਰਹੀ ਹੈ ਕਿ ਨਾ ਪੁਲਿਸ ਵਾਲਿਆਂ ਨੂੰ ਪਤਾ ਉਹ ਕੌਣ ਹੈ, ਤੇ ਨਾ ਹੀ ਸਾਨੂੰ ਪਤਾ ਉਹ ਸਾਡੇ ਬੰਦੇ ਤੇ ਸੀਗੇ ਹੀ ਨਹੀਂ ਜਿਨ੍ਹਾਂ ਨੇ ਫਸਟ ਅਟੈਕ ਕੀਤਾ। ਕਿਉਂਕਿ ਤੁਸੀਂ ਇਹ ਦੇਖ ਸਕਦੇ ਹੋ ਉਹ ਪੇਰੂਪੀਏ ਸੀਗੇ, ਅਸੀਂ ਪਛਾਣਦੇ ਵੀ ਨਹੀਂ। ਔਰ ਸਾਡੇ ਕੁਝ ਇਹੋ ਜਿਹੇ ਬੱਚੇ ਜਿਨ੍ਹਾਂ ਦੀਆਂ ਫੋਟੋਆਂ ਵੀ ਲਾਈਆਂ, ਮੈਂ ਇੰਨੀ ਸ਼ੌਕਡ ਹਾਂ ਦੇਖ ਕੇ। ਤੁਸੀਂ ਪਲੀਜ਼ ਮੀਡੀਆ ਥਰੂ ਤੁਹਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਮੈਸੇਜ ਸਪਰੈਡ ਕਰਨਾ। ਇੱਕ ਨਿਹੰਗ ਸਿੱਖ ਸੀਗੇ ਉਹਦੇ 'ਚ ਛੋਟੇ, ਉਹਨਾਂ ਦੀ ਫੋਟੋ ਲਾਈ ਹੈ, ਉਹ ਇੱਥੇ ਸੀਗੇ ਵੀ ਨਹੀਂ ਮੌਜੂਦ ਮੋਰਚੇ ਤੇ, ਉਹ ਆਪਣੇ ਘਰ ਸੀਗੇ। ਇਹੋ ਜਿਹੀਆਂ ਹਰਕਤਾਂ ਸਰਕਾਰ ਜਾਣਬੁੱਝ ਕੇ ਕਰਦੀ ਆ, ਕਿਉਂਕਿ ਇਹਨਾਂ ਨੇ ਟਾਰਗੇਟ ਕਰਨਾ ਕਿਸੇ ਵੀ ਤਰੀਕੇ ਨਾਲ ਮਾਹੌਲ ਖਰਾਬ ਕਰਨ ਦਾ। ਇਹ ਬਾਬਾ ਰਾਜਾ ਰਾਜ ਸਿੰਘ ਜੀ ਬੈਠੇ ਨੇ, ਬਾਬਾ ਕੁਲਵਿੰਦਰ ਸਿੰਘ ਜੀ, ਬਾਕੀ ਹੋਰ ਜਥੇਦਾਰ ਵੀ, ਤੁਸੀਂ ਆਪ ਦੇਖ ਲਓ ਖਾਲਸਾ ਫੌਜ ਆ, ਕਿਆ ਕਿਸੇ ਤੋਂ ਘੱਟ ਆ? ਕਿਆ ਸਾਡੇ ਉੱਤੇ ਜਾਂ ਕੌਮ ਦੇ ਉੱਤੇ ਗੱਲ ਆਏ ਤੇ ਕਿਆ ਸਾਨੂੰ ਨਹੀਂ ਪਤਾ ਕਿੱਦਾਂ ਅਟੈਕ ਕਰਨਾ ਜਾਂ ਕਿੱਦਾਂ ਚੀਜ਼ਾਂ ਖਤਮ ਕਰਨੀਆਂ ਨੇ? ਪਰ ਇਸ ਮੋਰਚੇ ਤੋਂ, ਇਹ ਸਾਡਾ ਕੌਮੀ ਇਨਸਾਫ ਮੋਰਚਾ, ਕੌਮ ਦੀ ਗੱਲ ਹੈ, ਗੁਰੂ ਸਾਹਿਬ ਦੀ ਅਗਵਾਈ 'ਚ ਲੱਗਿਆ, ਜਥੇਦਾਰ ਸਾਹਿਬ ਆਪ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ। ਤੇ ਤੁਸੀਂ ਹਿਸਾਬ ਲਗਾ ਲਓ ਕਿ ਜਦ ਇਹ ਫੌਜਾਂ ਬਾਰ-ਬਾਰ ਰਿਮਾਈਂਡਰ ਦੇ ਰਹੀਆਂ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ, ਕਾਨੂੰਨ ਨੂੰ ਮੰਨਦੇ ਹੋਏ, ਸੰਵਿਧਾਨਿਕ ਤਰੀਕੇ ਨਾਲ ਆਪਣਾ ਮੋਰਚਾ, ਕਿਉਂਕਿ ਸਾਡਾ ਡੈਮੋਕ੍ਰੈਟਿਕ ਰਾਈਟ ਆ, ਸਾਡਾ ਸੰਵਿਧਾਨ ਸਾਨੂੰ ਰਾਈਟ ਦਿੰਦਾ ਫਰੀडम ਟੂ ਪ੍ਰੋਟੈਸਟ, ਰਾਈਟ ਜਿਹੜਾ ਸਾਡਾ ਇਕੁਆਲਿਟੀ ਹੈਗੀ ਹੈ ਸਾਰਿਆਂ ਦੇ ਵਿੱਚ। ਤੁਸੀਂ ਕਿਤੇ ਵੀ ਬਹਿ ਕੇ, ਤੁਹਾਨੂੰ ਕੋਈ ਵੀ ਦਿੱਕਤ ਹੈਗੀ ਹੈ, ਤੁਸੀਂ ਆਪਣੀ ਆਵਾਜ਼ ਚੱਕ ਸਕਦੇ ਹੋ, ਲੜ ਸਕਦੇ ਹੋ ਤੁਸੀਂ ਸਰਕਾਰ ਨਾਲ। ਹੋਰ ਇੱਕ ਮੈਨੂੰ ਗੱਲ ਦੱਸੋ, ਇਹ ਭਗਵੰਤ ਮਾਨ ਤੋਂ ਵੀ ਮੈਂ ਪੁੱਛਣਾ ਚਾਹਾਂਗੀ ਕਿ ਅਸੀਂ ਆਪਣੀ ਮੰਗਾਂ ਐਜ਼ ਅ ਸਿਟੀਜ਼ਨ ਹੋਣ ਦੇ ਨਾਤੇ ਇਸ ਕੰਟਰੀ ਦੇ ਡੈਮੋਕ੍ਰੇਸੀ ਹੈ, ਲਾਰਜੈਸਟ ਡੈਮੋਕ੍ਰੇਸੀ ਹੈ ਇੰਡੀਆ, ਕਿੱਥੋਂ ਮੰਗੀਏ? ਅਸੀਂ ਤੇਰੇ ਤੋਂ ਹੀ ਮੰਗਾਂਗੇ ਨਾ। ਜੇ ਧੱਕਾ ਤੁਸੀਂ ਕਰ ਰਹੇ ਹੋ ਤੇ ਅਸੀਂ ਤੁਹਾਡੇ ਤੋਂ ਹੀ ਮੰਗਾਂਗੇ ਨਾ। 26 ਤਰੀਕ ਦੀ ਜਿਹੜੀ ਮਾਰਚ ਹੋਈ ਸੀਗੀ, ਘੱਟ ਤੋਂ ਘੱਟ 1.5 ਲੱਖ ਲੋਕ ਸੜਕਾਂ ਤੇ ਸੀਗੇ। ਇਹ ਰਿਮਾਈਂਡਰ ਸੀਗਾ 26 ਤਰੀਕ ਦੀ ਮਾਰਚ ਵੀ ਕਿ ਦੇਖੋ ਕਿੰਨਾ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਹੋ ਰਿਹਾ ਹੈ। ਸਰਕਾਰ ਨੂੰ ਅਸੀਂ ਰਿਮਾਈਂਡਰ ਦੇ ਰਹੇ ਸੀਗੇ ਕਿ ਗਲਤ ਅਸੀਂ ਨਹੀਂ ਚੱਲ ਰਹੇ, ਕਾਨੂੰਨ ਦੇ ਰਾਹੀਂ ਅਸੀਂ ਚੱਲ ਰਹੇ ਹਾਂ, ਕਾਨੂੰਨ ਦੀ ਉਲੰਘਣਾ ਤੁਸੀਂ ਕਰ ਰਹੇ ਹੋ, ਅਸੰਵਿਧਾਨਿਕ ਕੰਮ ਤੁਸੀਂ ਕਰ ਰਹੇ ਹੋ, ਅਸੀਂ ਨਹੀਂ ਕਰ ਰਹੇ। ਤੇ ਅਸੀਂ ਉਸ ਦਿਨ ਮਾਰਚ ਕਰਕੇ ਇਹਨਾਂ ਨੂੰ ਇਹ ਦੱਸਿਆ ਕਿ ਜੇ ਬੰਦੀ ਸਿੰਘ ਰਿਹਾ ਹੋ ਜਾਣਗੇ, ਕਿਸੇ ਨੂੰ ਨਹੀਂ ਖਤਰਾ। ਉਹ 1.5 ਲੱਖ ਲੋਕ ਜਿਹੜੇ ਬਾਹਰ ਆਏ ਸੀਗੇ, ਉਹਨਾਂ ਨੇ ਆਪਣੀ ਹਾਜ਼ਰੀ ਭਰ ਕੇ ਕਿਹਾ ਕਿ ਤੁਸੀਂ ਸਾਡੇ ਸਿੰਘਾਂ ਨੂੰ, ਜਿਨ੍ਹਾਂ ਨੂੰ ਬੰਦੀ ਕੀਤਾ, ਛੱਡੋ, ਸਾਨੂੰ ਕੋਈ ਦਿੱਕਤ ਨਹੀਂ। ਫਿਰ ਡਰਦਾ ਕੌਣ ਆ? अब मीडिया सवाल क्यों नहीं पूछती जाके? ਇਹੋ ਜਿਹੇ ਜਿਹੜੇ ਅੰਦਰ ਬੈਠੇ ਨੇ ਚੋਰ, ਜਿਹੜੇ ਸਰਕਾਰ 'ਚ ਬੈਠੇ ਨੇ, ਉਹਨਾਂ ਨੂੰ ਸਵਾਲ ਪੁੱਛੋ ਨਾ ਕਿ 1.5 ਲੱਖ ਲੋਕਾਂ ਨੇ ਤੇ 26 ਤਰੀਕ ਨੂੰ ਸਾਨੂੰ ਅੰਦੋਲਨ ਦਿੱਤਾ, ਕਰਕੇ ਦਿਖਾਇਆ, ਬੜੇ ਪੀਸਫੁਲ ਸੀਗੇ, ਕਿਸੇ ਨੇ ਕੁਝ ਨਹੀਂ ਬੋਲਿਆ, ਸਾਰਿਆਂ ਨੇ ਪੀਸਫੁਲ ਤਰੀਕੇ ਨਾਲ ਮਾਰਚ ਕੱਢੀ। ਫਿਰ ਤੁਸੀਂ ਕਿਉਂ ਨਹੀਂ ਛੱਡਦੇ? ਕਿਉਂਕਿ ਜਿਨ੍ਹਾਂ ਦੀਆਂ ਐਜ਼ ਏ ਯੂਥ ਹੋਣ ਦੇ ਨਾਤੇ ਔਰ ਐਜ਼ ਏ ਪੰਜਾਬ ਦੀ ਧੀ ਹੋਣ ਦੇ ਨਾਤੇ
ਪੜ੍ਹੇ ਲਿਖੇ ਬੱਚੇ ਹੋਣ ਦੇ ਨਾਤੇ ਮੈਨੂੰ ਸਿੱਧੀ ਜਿਹੀ ਗੱਲ ਲੱਗਦੀ ਆ ਕਿ ਜੋ ਡਰਦਾ ਨਾ ਇਸ ਚੀਜ਼ ਤੋਂ ਕਿ ਜੇ ਬੰਦੀ ਸਿੰਘ ਰਿਹਾ ਹੋ ਕੇ ਆ ਗਏ, ਕੁਰਸੀਆਂ ਸਾਡੇ ਥੱਲੇ ਨਹੀਂ ਰਹਿਣੀਆਂ, ਇਹ ਕੁਰਸੀਆਂ ਸਾਡੇ ਤੋਂ ਖੋਈਆਂ ਜਾਣੀਆਂ, ਕਿਉਂਕਿ ਅਸੀਂ ਆ ਬੇਈਮਾਨ, ਅਸੀਂ ਕੀਤੀ ਆ ਪੰਜਾਬ ਨਾਲ ਧੱਕਾ ਤੇ ਠੱਗੀ, ਤੇ ਉਹਨਾਂ ਨੂੰ ਡਰ ਲੱਗਦਾ ਬੰਦੀ ਸਿੰਘ ਦੀ ਰਿਹਾਈ ਦਾ, ਵਰਨਾ ਕਿਸੇ ਨੂੰ ਵੀ ਡਰ ਨਹੀਂ ਹੈਗਾ ਬੰਦੀ ਸਿੰਘਾਂ ਦੇ ਬਾਹਰ ਆਉਣ ਦਾ। ਦੂਜੀ ਗੱਲ, ਬਾਰ-ਬਾਰ ਅਸੀਂ ਕਹਿ ਰਹੇ ਹਾਂ, ਜਿੱਦਾਂ ਬਾਪੂ ਜੀ ਨੇ ਵੀ ਬਾਰ-ਬਾਰ ਕਿਹਾ, ਸਾਡੇ ਵੱਲੋਂ ਕਿਸੇ ਵੀ ਚੀਜ਼ ਦਾ ਜੋ ਮੈਨੂੰ ਐਜ਼ ਅ ਯੂਥ ਵੀ ਲੱਗਦਾ ਹੈ ਵਿਰੋਧ ਨਹੀਂ ਹੋਣਾ ਚਾਹੀਦਾ। ਆ ਸਾਡੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੈ। ਕੋਈ ਵੀ ਇਸ ਮੋਰਚੇ 'ਚ ਆ ਰਿਹਾ ਹੈ, ਕੋਈ ਵੀ, ਹਾਂ ਕੋਈ ਚੋਰ ਚਲਾਕ ਠੱਗ ਆ ਰਿਹਾ ਹੈ ਤੇ ਸਾਡੀ ਫੌਜਾਂ ਹੈਗੀਆਂ ਨੇ ਦੇਖ ਲੈਣਗੀਆਂ, ਬਟ ਮੈਨੂੰ ਇਦਾਂ ਲੱਗਦਾ ਹੈ ਮਾਨ ਸਮਾਨ ਸਾਡੇ ਵੱਲੋਂ ਕੋਈ ਵੀ ਆਏ, ਮੈਂ ਤਾਂ ਰਿਕੁਐਸਟ ਕਰਦੀ ਹਾਂ, ਹੱਥ ਜੋੜ ਕੇ ਵਿਨਤੀ ਕਰਦੀ ਹਾਂ, ਜਿੰਨੇ ਵੀ ਆਰਟਿਸਟ ਬੈਠੇ ਨੇ, ਜੇ ਤੁਹਾਡੇ ਦਿਲ 'ਚ ਦਰਦ ਹੈਗਾ, ਕਿਉਂਕਿ ਅਲਟੀਮੇਟਲੀ ਤੁਸੀਂ ਗਾਣੇ ਵੀ ਕੱਢਣੇ ਆ, ਤੁਸੀਂ ਚਾਹੁੰਦੇ ਹੋ ਤੁਹਾਡੀ ਵਿਊਅਰਸ਼ਿਪ ਵੀ ਵਧੇ, ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਗਾਣੇ ਵੀ ਵੇਖੀਏ, ਫਿਰ ਪਿਕਚਰਾਂ ਵੀ ਦੇਖੀਏ, ਬਟ ਇਹ ਕੌਮ ਦਾ ਮਸਲਾ, ਕੌਮੀ ਇਨਸਾਫ ਮੋਰਚਾ, ਜੇ ਤੁਸੀਂ ਕੌਮ ਦੇ ਨਾਲ ਖੜੇ ਹੋਗੇ, ਜਿੱਦਾਂ ਤੁਸੀਂ ਕਿਸਾਨੀ ਸੰਘਰਸ਼ ਮੋਰਚੇ ਤੇ ਖੜੇ ਹੀਗੇ, ਆ ਤੁਹਾਡੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਬਣਦੀ ਆ ਅੱਗੇ ਆਉਣ ਦੀ। ਇੱਥੇ ਆਓ, ਤੁਹਾਨੂੰ ਸਟੇਜ ਵੀ ਮਿਲੂਗਾ, ਤੁਹਾਨੂੰ ਗੱਲ ਰੱਖਣ ਦਾ ਮੌਕਾ ਵੀ ਮਿਲੇਗਾ, ਪਰ ਤੁਸੀਂ ਸਾਡੇ ਨਾਲ ਖੜੇ ਹੋ। ਦੂਜੀ ਗੱਲ, ਕੋਈ ਵੀ ਬੱਚਾ, ਕੋਈ ਵੀ ਬਜ਼ੁਰਗ, ਕੋਈ ਵੀ ਵੱਡਾ ਯੂਥ ਜੇ ਇਹ ਸੋਚ ਕੇ ਪਿੱਛੇ ਘਰ ਬੈਠੇ ਕਿ ਸਾਡੇ ਨਾਲ ਕੁਝ ਧੱਕਾ ਹੋ ਜਾਏਗਾ, ਸਾਨੂੰ ਡਰ ਲੱਗ ਰਿਹਾ, ਅਸੀਂ ਜਾਈਏ ਨਾ ਜਾਈਏ, ਕੋਈ ਡਰਨ ਦੀ ਲੋੜ ਨਹੀਂ ਹੈਗੀ ਆ। ਇੱਥੇ ਕੁਝ ਵੀ ਨਹੀਂ ਹੋ ਰਿਹਾ, ਇੱਥੇ ਗੁਰੂ ਸਾਹਿਬ ਦਾ ਪਹਿਰਾ, ਇੱਥੇ ਜਿੱਦਾਂ ਬਾਬਾ ਜੀ ਨੇ ਵੀ ਦੱਸਿਆ ਕਿ ਨਿਤਨੇਮ ਸਵੇਰੇ ਸ਼ਾਮ ਦੋਨੋਂ ਟਾਈਮ ਹੁੰਦਾ। ਮੈਂ ਵੀ ਤੇ ਬੈਠੀ ਹਾਂ, ਆ ਮੇਰੀਆਂ ਭੈਣਾਂ ਇੱਥੇ ਮੀਡੀਆ ਵਾਲੀ ਵੀ ਬੈਠੀਆਂ, ਸਾਰਾ ਸੇਫ ਮਾਹੌਲ ਹੈ, ਅਸੀਂ ਬਹੁਤ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਔਰ ਇਹ ਚੀਜ਼ ਰਿਮਾਈਂਡਰ ਆਪਣੇ ਆਪ ਨੂੰ ਦੇ ਦਿਓ ਸਾਰੇ, ਸਾਡੇ ਦੇਸ਼ ਦਾ ਕਾਨੂੰਨ ਜਿਹੜਾ ਹੈਗਾ ਉਹ ਸੁਧਾਰਤਮਿਕ ਹੈਗਾ, ਦੰਡਾਤਮਿਕ ਨਹੀਂ ਹੈਗਾ, ਔਰ ਕਿਸੇ ਨੂੰ ਵੀ ਤੁਸੀਂ ਬਿਨਾਂ ਕਿਸੇ ਗਲਤੀ ਦੇ ਨਾ ਜੇਲ੍ਹਾਂ 'ਚ ਪਾ ਸਕਦੇ, ਬਿਨਾਂ ਕਿਸੇ ਗਲਤੀ ਦੇ ਨਾ ਤੁਸੀਂ ਪਰਚੇ ਕੱਢ ਸਕਦੇ ਹੋ ਕਿਸੇ ਤੇ। ਇਹ ਸਾਡਾ ਰਾਈਟ ਹੈਗਾ ਐਂਡ ਅਸੀਂ ਰਾਈਟਫੁਲ ਤਰੀਕੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹਾਂ, ਔਰ ਸਾਡੀ ਇੱਕੋ ਹੀ ਮੰਗ ਆ, ਬੰਦੀ ਸਿੰਘਾਂ ਨੂੰ ਰਿਹਾ ਕਰੋ, ਸਾਡੇ ਜਥੇਦਾਰ ਨੂੰ ਬਾਹਰ ਲਿਆਓ, ਔਰ ਦੂਜੀ ਸਾਡੇ ਗੁਰੂ ਸਾਹਿਬ ਦੀ ਜਿਹੜੀ ਬੇਅਦਬੀਆਂ ਹੋਈਆਂ ਉਹਨਾਂ ਦਾ ਸਾਨੂੰ ਇਨਸਾਫ ਚਾਹੀਦਾ। ਔਰ ਆਖਿਰ 'ਚ ਮੈਂ ਇਹ ਬੇਨਤੀ ਕਰਾਂਗੀ, ਜਿੰਨੀਆਂ ਵੀ ਭੈਣਾਂ ਮੈਨੂੰ ਉੱਥੇ ਬੈਠ ਕੇ ਸੁਣ ਰਹੀਆਂ, ਮੈਂ ਇੱਥੇ ਹੈਗੀ ਹਾਂ, ਇੱਕ ਆਵਾਜ਼ ਹੈਗੀ ਹਾਂ, ਤੁਸੀਂ ਵੀ ਮੇਰੇ ਨਾਲ ਆਓ, ਇੱਥੇ ਬੈਠੋ ਤਾਂ ਕਿ ਮੈਨੂੰ ਵੀ ਹੋਰ ਹਿੰਮਤ ਮਿਲੇ। ਆਪਾਂ ਡਰਦੇ ਕਿਸੇ ਤੋਂ ਨਹੀਂ, ਮੈਂ ਤਾਂ ਪਹਿਲੇ ਹੀ ਕਿਹਾ ਮੈਂ ਕਿਸੇ ਤੋਂ ਨਹੀਂ ਡਰਦੀ, ਨਾ ਤੁਹਾਡੇ ਪਰਚੇ ਤੋਂ, ਨਾ ਤੁਹਾਡੀ ਜੇਲ੍ਹਾਂ ਤੋਂ, ਕਿਉਂਕਿ ਮੈਨੂੰ ਇਹ ਲੱਗਦਾ ਤੁਹਾਡੀ ਪੜ੍ਹਾਈ ਲਿਖਾਈ ਕਿਸੇ ਕੰਮ ਦੀ ਨਹੀਂ ਜੇ ਤੁਸੀਂ ਆਪਣੇ ਹੱਕਾਂ ਲਈ ਨਹੀਂ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਸੀਗਾ ਜੀ, ਜਦੋਂ ਤੁਸੀਂ ਫੋਰਸਿਸ ਦੀ ਗੱਲ ਕੀਤੀ ਕਿ ਸਿਕਿਉਰਿਟੀ ਵਧਾ ਦਿੱਤੀ ਗਈ ਹੈ, ਮੈਂ ਲਾਈਵ ਸੀਗਾ ਤੇ ਲਾਈਵ ਉੱਥੇ ਪੁਲਿਸ ਫੋਰਸ ਕਾਫੀ ਸੀਗੀ ਜਿੱਥੇ ਜਥਾ ਜਾਂਦਾ ਹੈ ਚੰਡੀਗੜ੍ਹ ਬਾਰਡਰ ਦੇ ਉੱਤੇ, ਉੱਥੇ ਬੱਚੇ ਸੁਪਾਰੀ ਖਾ ਰਹੇ ਸੀਗੇ ਤੇ ਮੈਂ ਉੱਥੇ ਜਾ ਕੇ ਬੱਚਿਆਂ ਨੂੰ ਪੁੱਛਿਆ ਕਿ ਤੁਹਾਨੂੰ ਕਿੱਥੋਂ ਮਿਲੀ ਹੈ ਸੁਪਾਰੀ, ਕਹਿੰਦੇ ਇੱਥੋਂ ਹੀ ਮਿਲੀ ਹੈ ਫੇਸ 2 ਤੋਂ। ਤੇ ਮੈਂ ਜਾ ਕੇ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਤੁਹਾਡੀ ਜੁਰਿਸਡਿਕਸ਼ਨ ਦੇ ਅੰਦਰ ਇਹ ਸਭ ਬੱਚੇ ਨਿੱਕੇ ਬੱਚੇ ਸੁਪਾਰੀ ਖਾ ਰਹੇ ਆ, ਤੇ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਗਵਰਨਮੈਂਟ ਵੱਲੋਂ ਅਲਾਉ ਹੈ ਕਿ ਬੱਚੇ ਸੁਪਾਰੀ ਖਾ ਸਕਦੇ ਆ, ਕਿ ਇੰਜੂਰੀਅਸ ਨਹੀਂ ਹੈਗਾ। ਤੇ ਮੈਂ ਉਹ ਜਿਹੜਾ ਪੈਕੇਟ ਪਿਆ ਸੀਗਾ ਉਹ ਮੈਂ ਚੁੱਕ ਲਿਆ, ਉਹਦੇ ਉੱਤੇ ਨਾਂ ਲਿਖਿਆ ਹੋਇਆ ਸੀ ਕੰਪਨੀ ਦਾ ਨਾਮ ਮਾਸੂਮ, ਤੇ ਪਿੱਛੇ ਲਿਖਿਆ ਹੋਇਆ ਸੀ ਨਾਟ ਫॉर ਮਾਈਨਰਸ। ਤੇ ਮੈਂ ਜਾ ਕੇ ਸਵਾਲ ਜਦੋਂ ਕਰਨ ਲੱਗਿਆ ਤੇ ਫਿਰ ਉਹਨਾਂ ਨੇ ਟਾਲਾ ਵੱਟਿਆ, ਤੇ ਬਾਅਦ ਚ ਮੈਨੂੰ ਕਹਿਣ ਲੱਗੇ ਕਿ ਤੁਸੀਂ ਜਦੋਂ ਸਾਨੂੰ ਕੋਈ ਕੰਮ ਕਰਨ ਦੋਗੇ ਅਸੀਂ ਤਾਂ ਹੀ ਕਰਾਂਗੇ, ਕਿ ਤੁਸੀਂ ਰੋਜ਼ ਇੱਥੇ ਜਥਾ ਲੈ ਕੇ ਆ ਜਾਂਦੇ ਹੋ। ਤਾਂ ਤੁਹਾਨੂੰ ਕੀ ਲੱਗਦਾ ਕਿ ਨਿੱਕੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ, ਫਿਊਚਰ ਦਾ ਸਵਾਲ ਹੈ, ਨਿੱਕੇ ਬੱਚੇ ਇਹੋ ਜਿਹੀਆਂ ਖਤਰਨਾਕ ਚੀਜ਼ਾਂ ਖਾ ਰਹੇ ਆ, ਔਰ ਜਿਹੜੀ ਚੀਜ਼ਾਂ ਦੇ ਲਈ ਸਿਕਿਉਰਿਟੀ ਵਧਾਈ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਵੀ ਕੰਮ ਹੋਣਾ ਚਾਹੀਦਾ ਕਿ ਇੱਥੇ ਸਿਕਿਉਰਿਟੀ ਵਧਾਉਣ ਦਾ ਤੁਹਾਨੂੰ ਕੀ ਲੱਗਦਾ ਇੱਥੇ? ਆਫ ਕੋਰਸ, ਬਟ ਇਹ ਇੱਕ ਡਿਫਰੈਂਟ ਮੁੱਦਾ ਹੈਗਾ। ਇਹ ਤੇ ਮੈਨੂੰ ਲੱਗਦਾ ਕਿ ਸਾਨੂੰ ਕੰਮ ਕਰਨ ਦੀ ਲੋੜ ਹੈਗੀ ਹੈ, ਬਟ ਕਹਿ ਲਓ ਕਿ ਜੇ ਸੁਪਾਰੀ ਹੈਗੀ ਜਾਂ ਕੋਈ ਨਸ਼ੇ ਤੋਂ ਰਿਲੇਟਡ ਚੀਜ਼ ਹੈਗੀ ਹੈ, ਤੇ ਜੋ ਜਿਸ ਤਰੀਕੇ ਨਾਲ ਮੈਂ ਦੇਖ ਪਾ ਰਹੀ ਹਾਂ ਹਰ ਇੱਕ ਦੀ ਮਿਲੀ ਭਗਤ ਨਾਲ ਇਹ ਚੀਜ਼ ਹੁੰਦੀ ਹੈ, ਭਾਵੇਂ ਉੱਪਰੋਂ ਪ੍ਰਸ਼ਾਸਨ ਹੋਵੇ, ਭਾਵੇਂ ਥੱਲੇ ਪੁਲਿਸ ਵਾਲੇ ਹੋਣ, ਭਾਵੇਂ ਸਰਕਾਰਾਂ, ਕਿਉਂਕਿ ਜਦ ਪੰਜਾਬ ਮੇਰਾ ਸਵਾਲ ਇਸ ਲਈ ਸੀਗਾ ਕਿ ਫੋਰਸ ਉੱਥੇ ਇੰਨੀ ਖੜੀ ਹੈ, ਉੱਥੇ ਟੀਅਰ ਗੈਸ ਦੀਆਂ ਗੱਡੀਆਂ ਖੜੀ, ਵਾਟਰ ਕੈਨਨ ਖੜਾ ਹੈ, ਪੁਲਿਸ ਫੋਰਸਿਸ ਨੇ, ਚੰਡੀਗੜ੍ਹ ਪੁਲਿਸ ਵੀ ਹੈਗੀ ਹੈ, ਮੋਹਾਲੀ ਪੁਲਿਸ ਵੀ ਹੈ, ਲੇਕਿਨ ਨਿੱਕੇ ਬੱਚੇ ਉਹਨਾਂ ਤੋਂ ਤਾਂ ਇਹ ਕੰਟਰੋਲ ਨਹੀਂ ਹੋ ਰਿਹਾ ਕਿ ਨਿੱਕੇ ਬੱਚਿਆਂ ਨੂੰ ਰੋਕ ਸਕਣ। ਦੇਖੋ, ਜਿਹੜਾ ਇਹ ਮੈਂ ਕਲੀਅਰ ਕਰਾਂ ਇਹਦੇ ਬਾਰੇ, ਜਿਹੜਾ ਨਸ਼ਿਆਂ ਦਾ ਦੌਰ ਹੈ ਨਾ, ਜਿਸ ਤਰ੍ਹਾਂ ਪੰਜਾਬ 'ਚ ਵੀ ਆਇਆ ਆ, ਇਹ ਸਰਕਾਰਾਂ ਦੀ ਗਲਤ ਨੀਤੀ ਹੈ, ਪੰਜਾਬ ਵਿਰੋਧੀ, ਸਿੱਖ ਵਿਰੋਧੀ ਨੀਤੀ ਹੈ, ਕਿਉਂਕਿ ਸਰਕਾਰਾਂ ਹੀ ਪ੍ਰਮੋਟ ਕਰਦੀਆਂ ਨਸ਼ਿਆਂ ਨੂੰ, ਨਾ ਪ੍ਰਸ਼ਾਸਨ ਹੈ ਜਿਹੜਾ ਉਹ ਸਰਕਾਰ ਦੇ ਖਿਲਾਫ ਕੋਈ ਕਾਰਵਾਈ ਕਰਦਾ। ਇਸ ਕਰਕੇ ਉਹ ਛੋਟੇ ਬੱਚਿਆਂ ਨੂੰ, ਇਹ ਸਾਡੀ ਆਉਣ ਵਾਲੀ ਨਸਲਾਂ ਨੂੰ ਖਤਮ ਕਰਨਾ ਚਾਹੁੰਦੀਆਂ ਵੀ ਨਾ ਆਪਣੇ ਉਹ ਹੱਕ ਮੰਗ ਸਕਣ, ਨਸ਼ਿਆਂ ਦੀ ਦਲਦਲ 'ਚ ਫਸ ਕੇ ਹੀ ਇਹ ਰਹਿ ਜਾਣ। ਇਸ ਕਰਕੇ ਸਰਕਾਰਾਂ ਦੀ ਗਲਤ ਨੀਤੀਆਂ, ਜਿਹੜੇ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਉਹ ਸਰਕਾਰਾਂ ਕਰ ਨਹੀਂ ਰਹੀਆਂ। ਦੇਖੋ, ਜਿਹੜਾ ਇਹ ਸੰਘਰਸ਼ ਹੈ ਸ਼ਾਂਤਮਈ ਚੱਲ ਰਿਹਾ, ਅੱਜ ਅਕਾਲ ਪੁਰਖ ਦੀ ਫੌਜ ਜਿਹੜੀ ਹੈ
ਉਸਨੇ ਇਸ ਚੀਜ਼ ਦੀ ਲੋੜ ਸਮਝੀ ਹੈ, ਕਿਉਂਕਿ ਜਿਹੜਾ ਇਹ 7 ਜਨਵਰੀ ਤੋਂ ਲੱਗਿਆ ਸ਼ਾਂਤਮਈ ਧਰਨਾ ਸੀ, ਪਰੰਤੂ 8 ਤਰੀਕ ਤੋਂ ਜੋ ਸਰਕਾਰਾਂ ਨੇ ਮਾਹੌਲ ਸਿਰਜਿਆ, ਉਸ ਤੋਂ ਬਾਅਦ ਪਰਚੇ ਦਰਜ ਕੀਤੇ ਗਏ। ਉਦੋਂ ਸਾਡੀ ਬੀਬੀਆਂ ਦੇ ਵਿਛਾੜਾਂ ਪੱਥਰ ਮਾਰੇ ਗਏ, ਬਜ਼ੁਰਗਾਂ ਦੀਆਂ ਪੱਗਾਂ ਲਾਈ ਗਈਆਂ, ਬਜ਼ੁਰਗਾਂ ਨੂੰ ਕੁੱਟਿਆ ਗਿਆ। ਉਸ ਤੋਂ ਬਾਅਦ ਫਿਰ ਪਰਚੇ ਦਰਜ ਕੀਤੇ ਗਏ ਤੇ ਸਾਡੇ ਨੌਜਵਾਨਾਂ ਦੀਆਂ ਫੋਟੋਆਂ ਵਾਇਰਲ ਕਰ, ਕਿਉਂਕਿ ਉਹ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ। ਹੁਣ ਬਾਰ-ਬਾਰ ਕੋਈ ਵਾਟਰ ਕੈਨਨ ਖੜਾ ਰਹੀਆਂ, ਕੋਈ ਬੁਲਟ ਫਰੂਟ ਖੜਾ ਰਹੀਆਂ। ਇੱਥੇ ਇੱਥੇ ਜੰਗ ਲੱਗੀ ਵੀ ਹੈ ਕਿ ਇੱਕ ਦੂਜੇ ਦੇਸ਼ ਨੂੰ ਨਾਲ ਜੰਗ ਲੱਗ ਰਹੀ ਹੈ? ਇਹ ਸ਼ਾਂਤਮਈ ਹੈ। ਗੁਰੂ ਗ੍ਰੰਥ ਸਾਹਿਬ ਹਾਜ਼ਰ ਹੈ ਇੱਥੇ, ਪਰ ਧਰਨੇ 'ਚ ਇਸ ਤਰ੍ਹਾਂ ਦੀ ਕੋਈ ਧਰਨੇ ਵੱਲੋਂ ਐਕਟੀਵਿਟੀ ਨਹੀਂ। ਸਿਰਫ ਸਰਕਾਰ ਇੱਕ ਮਾਹੌਲ ਸਿਰਜ ਰਹੀ ਹੈ ਕਿ ਅਸੀਂ ਇਹਨਾਂ ਤੇ ਦਬਾਅ ਬਣਾ ਦਈਏ, ਇਹ ਇਸ ਤਰ੍ਹਾਂ ਦਾ ਦਹਿਸ਼ਤ ਦੇ ਮਾਹੌਲ 'ਚ ਨਾ ਆਉਣ। ਪਰ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ, ਤੇ ਉਹ ਸਾਡੇ ਬੰਦੀ ਸਿੰਘਾਂ ਦੇ ਜਿਹੜੇ ਇਹਨਾਂ ਸਰਕਾਰਾਂ ਦੇ ਸਿਸਟਮ ਨੇ ਹੀ ਉਹਨਾਂ ਨੂੰ ਬੰਦੀ ਬਣਾਉਣ ਵਾਸਤੇ ਮਜਬੂਰ ਕੀਤਾ ਗਿਆ ਸੀ। ਕੋਈ ਉਹ ਕ੍ਰਿਮੀਨਲ ਵਿਅਕਤੀ ਦੇ ਉਹ ਇਨਸਾਨ ਨਹੀਂ, ਸਰਕਾਰਾਂ ਦੇ ਸਿਸਟਮ ਨਹੀਂ। ਜਦੋਂ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਘਰਾਂ 'ਚੋਂ ਚੱਕ ਕੇ ਬੇਕਸੂਰਾਂ ਨੂੰ ਚੱਕ ਕੇ ਪੁਲਿਸ ਮੁਕਾਬਲੇ ਬਣਾ ਰਹੀਆਂ ਸੀ, ਨਹਿਰਾਂ 'ਚ ਉਹਨਾਂ ਦੀ ਲਾਸ਼ਾਂ ਰੋੜ ਰਹੀਆਂ ਸੀ, ਜਿਨ੍ਹਾਂ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਉਹਨਾਂ ਨੂੰ ਵੀ ਮਾਰਿਆ ਗਿਆ। ਭਾਈ ਜਸਵੰਤ ਸਿੰਘ ਖਰੜੇ ਦਾ ਕੀ ਕਸੂਰ ਸੀ? ਉਹ ਹਿਊਮਨ ਰਾਈਟਸ ਸੀ, ਉਹ 25,000 ਲਾਸ਼ਾਂ ਦਾ ਰਿਕਾਰਡ ਉਹਨੇ ਇਕੱਠਾ ਕਰਿਆ, ਜਿਹੜਾ ਸਰਕਾਰਾਂ ਨੇ ਬੇਕਸੂਰ ਚੱਕ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ। ਇਸ ਲਈ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ। ਅਸੀਂ ਆਪਣੇ ਹੱਕ ਲੈਣੇ ਆ। ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਿੱਖ ਨੂੰ ਕੋਈ ਨਹੀਂ। ਅੱਜ ਸਿੱਖਾਂ ਵਾਸਤੇ ਬੰਗਾਰ ਵੀ ਹੈ ਵੀ ਜਿਸ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ, ਉਹਦਾ ਇਨਸਾਫ ਲੈਣ ਵਾਸਤੇ ਜਿਹੜੀਆਂ ਦੁਸ਼ਟਾਂ ਨੇ ਪਿਛਲੇ ਸਮੇਂ 'ਚ ਬੇਅਬਦੀਆਂ 353 ਬੇਅਬਦੀਆਂ ਹੋਈਆਂ 2015 ਤੋਂ ਬਾਅਦ, ਕੀ ਸਰਕਾਰਾਂ ਨੂੰ ਚਾਹੀਦਾ ਨਹੀਂ ਉਹਨਾਂ ਤੇ ਕਾਰਵਾਈ ਹੋਏ ਤੇ ਸਖਤ ਕਾਨੂੰਨ ਬਣਨ? ਅਸੀਂ ਮੰਗ ਕਰ ਰਹੇ ਹਾਂ ਸਖਤ ਕਾਨੂੰਨ ਦੀ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਦੀ ਮੰਗ ਕਰ ਰਹੇ ਹਾਂ, ਉੱਥੇ ਅਸੀਂ ਮੰਗ ਕਰ ਰਹੇ ਹਾਂ ਗੀਤਾ ਦੇ ਕੋਈ ਬੇਅਦਬੀ ਕਰਦਾ, ਕੁਰਾਨ ਦੀ ਕਰਦਾ, ਕੋਈ ਬਾਈਬਲ ਦੀ ਕਰਦਾ, ਸੇਮ ਕਾਨੂੰਨ ਬਣਨਾ ਚਾਹੀਦਾ ਉਸ ਬੇਅਦਬੀ ਕਰਨ ਵਾਲੇ ਦੇ ਖਿਲਾਫ। ਇਹ ਬਾਪੂ ਜੀ ਜਿੰਨੀ ਫੋਰਸ ਲਗਾਈ ਹੈ, ਤੁਹਾਨੂੰ ਲੱਗਦਾ ਹੈ ਕੋਈ ਵੱਡਾ ਐਕਸ਼ਨ ਲੈਣ ਦੀ ਤਿਆਰੀ ਹੈ? ਅਗਲੀ ਰਣਨੀਤੀ ਤੁਹਾਡੀ ਕੀ ਹੋਊਗੀ? ਜਿਵੇਂ ਅੱਗੇ ਅਰੈਸਟ ਪਾਉਣ ਤੇ ਵੀ ਕਹਿੰਦੇ ਹੋ, ਦੇਖੋ ਅਰੈਸਟ ਕਰਨਗੇ, ਉਸ ਤੋਂ ਬਾਅਦ ਦੇਖਦੇ ਆ। ਅਰੈਸਟ ਹੁਣ ਉਹਨਾਂ ਨੇ ਪਰਚੇ ਦਰਜ ਕਰ ਲਏ, ਅਰੈਸਟ ਕਰ ਸਕਦੇ ਆ, ਪਰ ਸਰਕਾਰਾਂ ਨੂੰ ਸਾਡਾ ਸਬਰ ਹੈ ਜੋ ਪਰਖਣਾ ਨਹੀਂ ਚਾਹੀਦਾ, ਕਿਉਂਕਿ ਫਿਰ ਮਜਬੂਰ ਹੋ ਕੇ ਹੀ ਉਹਦਾ ਕੋਈ ਮੁਕਾਬਲਾ ਜਿਹੜਾ ਖਾਲਸੇ ਦਾ, ਉਸ ਦਿਨ ਵੀ ਤੁਸੀਂ ਦੇਖਿਆ ਜੋ ਗੁਰੂ ਸਾਹਿਬ ਦਾ ਹੁਕਮ ਹੈ, ਜਬੇ ਬਾਣ ਲਾਗਿਓ ਤਵੇ ਰੋਕ ਜਾਏ। ਦੇਖੋ ਇਹ ਗੁਰੂ ਸਾਹਿਬ ਦਾ ਹੁਕਮ ਹੈ, ਸਾਨੂੰ ਉਸ ਹੁਕਮ ਤੇ ਚੱਲਣ ਵਾਸਤੇ ਮਜਬੂਰ ਨਾ ਕਰੋ। ਹੁਣ ਅਸੀਂ ਬਾਰ-ਬਾਰ ਸ਼ਾਂਤੀ ਦੀ ਦੁਹਾਈ ਦੇਈ ਜਾ ਰਹੇ ਹਾਂ, ਸਰਕਾਰ ਸਾਨੂੰ ਡਰਾਉਣ ਦੀ ਗੱਲ ਕਰ ਰਹੀ ਹੈ। ਦੇਖੋ ਇਹੋ ਜਿਹਾ ਸਰਕਾਰਾਂ ਨੂੰ ਮਾਹੌਲ ਨਹੀਂ ਸਿਰਜਣਾ ਚਾਹੀਦਾ। ਬਾਪੂ ਜੀ ਜਿਹੜਾ ਕੱਲ 144 ਦਾ ਜਿਹੜਾ ਵਾਰੀ ਹਵਾਲਾ ਦਿੱਤਾ ਜਾਂਦਾ, ਉਹ ਵੀ ਰੋਕ ਦਿੱਤਾ ਜਾਂਦਾ ਹੈ, ਪਰ ਆਮ ਆਦਮੀ ਪਾਰਟੀ ਵੱਲੋਂ ਕੱਲ ਪ੍ਰੋਟੈਸਟ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ, ਵਾਟਰ ਕੈਨਨਸ ਬਹੁਤ ਯੂਜ਼ ਹੋਈਆਂ, ਉਸ ਬਾਰੇ ਕੀ ਕਹੋਗੇ? ਤੁਹਾਨੂੰ ਅੱਗੇ ਨਹੀਂ ਕ੍ਰਾਸ ਕਰਨ ਦਿੱਤਾ ਜਾਵੇ? ਦੇਖੋ ਇਹੀ ਤਾਂ ਹੈ, ਉਹ ਕੋਈ ਪ੍ਰੋਟੈਸਟ ਕਰਦੇ ਆ, ਉਹਨਾਂ ਨੂੰ ਸਰਕਾਰ ਪੂਰੀ ਸੁਰੱਖਿਆ ਵੀ ਦਿੰਦੀ ਹੈ, ਉੱਥੇ ਲਿਜਾਂਦੀ ਵੀ ਹੈ, ਪਰ ਅਸੀਂ ਇੱਕ ਸ਼ਾਂਤਮਈ ਸੀ ਵੀ ਉੱਥੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ, ਉਹਦੀ ਸੁੱਤੀ ਜ਼ਮੀਰ ਨੂੰ ਜਗਾਉਣ ਵਾਸਤੇ ਬਈ ਤੁਸੀਂ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਕਰਨ ਲਈ ਉੱਥੇ ਬਾਈਬਲ ਕਲਾਂ ਜਾ ਕੇ ਵਾਅਦੇ ਕਰਦੇ ਰਹੇ, ਉਸ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਾਅਦੇ ਕਰਕੇ ਮੁੱਕਰਦੇ ਰਹੇ। ਤੁਹਾਡੀ ਉਹਨਾਂ ਦੀ ਜ਼ਮੀਰ ਨੂੰ ਜਗਾਉਣ ਵਾਸਤੇ ਹੀ ਅਸੀਂ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸੀ ਤੇ ਅਰਦਾਸ ਕਰਨੀ ਸੀ, ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਸੋਝੀ ਬਖਸ਼। ਉਹਨਾਂ ਨੂੰ ਕੀ ਖਤਰਾ? ਉੱਥੇ ਜਾਣ ਦਿੰਦੇ, ਸਗੋਂ ਬਿਠਾਉਂਦੇ। ਜੇ ਅਸਲ ਉਹ ਪੰਜਾਬ ਦਾ ਕੋਈ ਹਮਦਰਦ ਹੈ, ਕਹਿੰਦਾ ਵੀ ਪੰਜਾਬ ਦੀ ਜਨਤਾ ਨੇ ਉਹਨੂੰ ਬਣਾਇਆ, ਸਗੋਂ ਉਹਨਾਂ ਨੂੰ ਉੱਥੇ ਪੂਰਾ ਸਤਿਕਾਰ ਨਾਲ ਉਹ ਕਰਦਾ, ਚਾਹ ਪਾਣੀ ਦਾ ਪ੍ਰਬੰਧ ਕਰਦਾ, ਜਿਹੜਾ ਇਨਸਾਨ ਦਾ ਫਰਜ਼ ਬਣਦਾ। ਪਰ ਉਹ ਜਿਹੜਾ ਇਹ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਉਹ ਪਰੇ ਰੱਖ ਕੇ ਨਾ ਇੱਕ ਡੰਡੇ ਨਾਲ ਸਰਕਾਰ ਚਲਾਉਣੀ ਚਾਹੁੰਦੇ ਆ, ਜਿਹੜਾ ਸਰਕਾਰਾਂ ਦਾ ਫਰਜ਼ ਨਹੀਂ। ਤੁਸੀਂ ਅੱਜ ਜਦੋਂ ਕਾਰਜਕਾਲ ਸੀਗਾ, ਕਾਂਗਰਸ ਦਾ ਕਾਰਜਕਾਲ ਸੀਗਾ, ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਥੇ ਜਾਂਦੇ ਰਹੇ, ਅਸੀਂ ਖੁਦ ਕਵਰ ਕਰਦੇ ਰਹੇ ਹਾਂ ਜਿੱਥੇ ਸੀਐਮ ਦੀ ਕੋਠੀ ਹੈਗੀ ਹੈ, ਤੇ ਤੁਹਾਨੂੰ ਕੀ ਲੱਗਦਾ ਹੁਣ ਉਹਨਾਂ ਦੇ ਜਦੋਂ ਉਹ ਆਪ ਸੱਤਾ ਦੇ ਵਿੱਚ ਆ ਕੇ ਇਦਾਂ ਕਿਉਂ ਕਰ ਰਹੇ? ਉਹੀ ਇੱਥੇ ਦਾ ਜਿਹੜਾ ਮਾਹੌਲ ਹੈ ਨਾ, ਉਹ ਸਰਕਾਰਾਂ ਦਾ ਇਸੇ ਤਰ੍ਹਾਂ
ਜਦੋਂ ਕੋਈ ਪਾਰਟੀ ਸਰਕਾਰ ਤੋਂ ਬਾਹਰ ਹੁੰਦੀ ਹੈ ਉਹ ਉਹਨਾਂ ਮੁੱਦਿਆਂ ਦੀ ਗੱਲ ਕਰਦੀ ਹੈ ਸਿਰਫ ਤੇ ਸਿਰਫ ਵੋਟਾਂ ਲੈਣ ਵਾਸਤੇ, ਜਨਤਾ ਦੀ ਭਾਵਨਾਵਾਂ ਨੂੰ ਭੜਕਾ ਕੇ ਉਹਦਾ ਸਿਆਸੀ ਲਾਹਾ ਲੈਣ ਵਾਸਤੇ ਹੀ ਹੁੰਦਾ, ਨਾ ਕਿ ਕੋਈ ਉਸ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਜਦੋਂ ਬਾਹਰ ਹੁੰਨੇ ਉਸ ਦੀ ਗੱਲ ਕਰਦੇ ਆ, ਪਰ ਜਦੋਂ ਸਰਕਾਰ ਆ ਜਾਂਦੀ ਹੈ ਉਹਨਾਂ ਮੁੱਦਿਆਂ ਦੇ ਉਲਟ ਭੁਗਤਦੇ। ਬਾਪੂ ਜੀ ਸਵਾ ਮਹੀਨਾ ਹੋ ਚੱਲਿਆ, ਅਜੇ ਤੱਕ ਸਰਕਾਰ ਨਾਲ ਕੋਈ ਤਾਲਮੇਲ ਨਹੀਂ। ਬਲਬੀਰ ਸਿੰਘ ਨੇ 96 ਕਰੋੜੀ ਕੀ ਉਹ ਵੀ ਇੱਥੇ ਆ ਰਹੇ ਨੇ, ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ? ਦੇਖੋ ਆਉਣਾ ਫਰਜ਼ ਬਣਦਾ ਉਹਨਾਂ ਦਾ, ਹਰ ਇੱਕ ਸਿੱਖ ਦਾ ਫਰਜ਼ ਬਣਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਉਸ 'ਚ ਉਹਨੂੰ ਗੁਰੂ ਮੰਨਦਾ, ਹਰ ਸਿੱਖ ਹੋਣ ਦੇ ਨਾਤੇ ਹਰ ਦਾ ਫਰਜ਼। ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਹੈ 4 ਵਰਨਾਂ ਨੂੰ ਹੈ, 4 ਵਰਨਾਂ ਦਾ ਫਰਜ਼ ਬਣਦਾ ਬਈ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਵਾਸਤੇ ਹੀ ਮੋਰਚਾ ਲੱਗਿਆ, ਆਪਣਾ ਫਰਜ਼ ਸਮਝਦੇ ਹੋਏ ਤੇ ਹਿੱਸਾ ਪਾਇਆ। ਬਾਪੂ ਜੀ ਇੱਥੋਂ ਦੇ ਕੁਝ ਆਗੂ ਨੇ ਉਹਨਾਂ ਵੱਲੋਂ ਇੱਕ ਪੋਸਟ ਵੀ ਪਾਈ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਵੀ ਇੱਥੇ ਜਿਹੜੀਆਂ ਫੌਜਾਂ ਨੇ ਮੂੰਹ ਢੱਕ ਕੇ ਜਿਹੜੀਆਂ ਰੱਖਦੀਆਂ ਨੇ ਉਹਨਾਂ ਵੱਲੋਂ ਇਸ ਤਰੀਕੇ ਨਾਲ ਵੀ ਹੁੱਲੜਬਾਜ਼ੀ ਕੀਤੀ ਗਈ, ਇੱਥੇ ਚਲਾ ਜਾਣਾ ਚਾਹੀਦਾ। ਪੱਤਰਕਾਰਾਂ ਨੂੰ ਵੀ ਕਿਹਾ ਉਹਨਾਂ ਨੇ ਵੀ ਪੱਤਰਕਾਰਾਂ ਨੂੰ ਮੰਦਾ ਚੰਗਾ ਬੋਲਿਆ। ਦੇਖੋ ਪੱਤਰਕਾਰਾਂ ਦਾ ਸਤਿਕਾਰ ਕਰਦੇ ਆ, ਸ਼ੁਰੂ ਤੋਂ ਹੀ ਕਰਦੇ ਆ ਕਿ ਪੱਤਰਕਾਰ ਹੀ ਹੈ ਜਿਹੜਾ ਸਾਡੀ ਆਵਾਜ਼ ਨੂੰ ਪਹੁੰਚਾ ਰਿਹਾ। ਸਰਕਾਰਾਂ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ, ਪਰ ਬਾਪੂ ਜੀ ਆਗੂਆਂ ਵੱਲੋਂ ਕਿਹਾ ਜਾ ਰਿਹਾ ਵੀ ਫੌਜਾਂ ਇੱਥੇ ਜਿਹੜੀ ਬੈਠੀਆਂ ਉਹਨਾਂ ਨੂੰ ਚਲੇ ਜਾਣਾ ਚਾਹੀਦਾ। ਨਹੀਂ ਦੇਖੋ ਆਗੂਆਂ ਵੱਲੋਂ ਕਿਸੇ ਨੇ, ਮੈਂ ਵੀ ਆਗੂ ਹਾਂ, ਮੈਂ ਕਿਸੇ ਨੂੰ ਕਿਹਾ, ਮੈਂ ਕਹਿੰਦਾ ਆਓ ਬਹੀਰਾਂ ਕੱਤ ਕੇ ਆਓ, ਬਾਰ-ਬਾਰ ਅਪੀਲਾਂ ਕਰ ਰਹੇ ਹਾਂ ਅਸੀਂ ਵੀ ਫਰਜ਼ ਬਣਦਾ ਇੱਥੇ ਆਓ, ਅਸੀਂ ਉਹਨੂੰ ਜੀ ਆਇਆਂ ਕਹਾਂਗੇ, ਸਤਿਕਾਰ ਕਰਦੇ ਹਾਂ ਅਸੀਂ ਆਏ। ਆਗੂ ਤਾਂ ਬਾਬਾ ਜੀ ਆਪ ਨੇ, ਆਪ ਖੁਦ ਨੇ। ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਰਕਾਰ ਲਗਾਤਾਰ ਇਦਾਂ ਦੀ ਟਾਲਮ ਟੋਲੇ ਵਾਲੀ ਨੀਤੀ ਅਪਣਾ ਰਹੀ ਹੈ। ਭਗਵੰਤ ਮਾਨ ਨੇ ਅੱਜ ਲਾਈਵ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਪੰਜਾਬ ਬਾਰੇ, ਪੰਜਾਬ ਦਾ ਵਿਕਾਸ ਕਰ ਰਹੇ, ਨਿਵੇਸ਼ ਆ ਰਿਹਾ ਹੈ। ਤੁਹਾਨੂੰ ਲੱਗਦਾ ਕਿ ਇਦਾਂ ਦੇ ਹਾਲਾਤ 'ਚ ਹੈਗਾ ਪੰਜਾਬ ਕਿ ਨਿਵੇਸ਼ ਆਵੇ? ਦੂਸਰੇ ਪਾਸੇ ਧਰਨੇ ਚੱਲ ਰਹੇ ਨੇ, ਤੁਹਾਡੀ ਆਵਾਜ਼ ਨਹੀਂ ਸੁਣੀ ਜਾ ਰਹੀ। ਨਹੀਂ ਕੀ ਵਿਕਾਸ ਕਰ ਰਿਹਾ? ਸਭ ਤੋਂ ਪਹਿਲਾਂ ਜਿਹੜਾ ਉੱਥੇ ਇਹਦੇ ਹੀ ਮੰਤਰੀ, ਇਹਦੇ ਹੀ ਸਪੀਕਰ ਜਾ ਕੇ ਉੱਥੇ ਕਰਦੇ, ਕੀ ਉਸ ਇੱਕ ਛੋਟੇ ਜਿਹੇ ਮੁੱਦੇ ਨੂੰ ਹੱਲ ਕਰਿਆ ਇਹਨੇ? ਜੇ ਇਹ ਨਹੀਂ ਕਰਿਆ, ਐਵੇਂ ਝੂਠੀ ਦਾਅਵੇ ਕਰੀ ਜਾਵੇ ਵੀ ਇਹ ਵਿਕਾਸ ਹੋ ਰਿਹਾ, ਇਹ ਵਿਕਾਸ ਹੋ ਰਿਹਾ, ਕੋਈ ਵਿਕਾਸ ਨਹੀਂ ਹੋ ਰਿਹਾ। ਠੀਕ ਹੈ ਜੀ।